ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਅਤੇ ਨਵਾਜੀ। ਗੁਰੂ ਦਾ ਖਾਸ ਰੂਪ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪਾਂ ਸਾਰਾ ਹੀ ਪਰਿਵਾਰ ਜਿਹੜਾ ਇੱਕ ਸੰਗਤ ਰੂਪ ਦੇ ਵਿੱਚੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਦਾ ਓਟ ਆਸਰਾ ਲੈਂਦੇ ਹੋਇਆਂ ਜੀਵਨ ਦੀ ਜਾਂਚ ਸਿੱਖ ਰਿਹਾ ਹੈ। ਸਾਰਾ ਹੀ ਪਰਿਵਾਰ ਵਡਭਾਗੀ ਆ। ਅਕਾਲ ਪੁਰਖ ਪ੍ਰਮਾਤਮਾ ਜੀ ਦੀ ਅਪਾਰ ਕਿਰਪਾ ਦੇ ਅਨੁਸਾਰ ਹੀ ਗੁਰਮੁਖ ਪਿਆਰਿਓ ਆਪਾਂ ਬ੍ਰਹਮ ਦਾ ਭੇਦ ਉਸ ਮੂਲ ਦੇ ਨਾਲ ਮਿਲਾਪ ਕਿੱਦਾਂ ਹੋਊਗਾ, ਅਕਾਲ ਪੁਰਖ ਪ੍ਰਮਾਤਮਾ ਜੀ ਤੇ ਇਹ ਮਨ ਬੱਚੇ ਦਾ ਵਿਛੋੜਾ ਕਿਵੇਂ ਪਿਆ ਹੋਇਆ ਹੈ, ਉਹ ਸਾਰਾ ਸੁਖਮ ਭੇਦ ਆਪਾਂ ਦ੍ਰਿੜ ਕਰ ਰਹੇ ਹਾਂ, ਸੋਝੀ ਲੈ ਰਹੇ ਹਾਂ, ਭੇਦ ਲੈ ਰਹੇ ਹਾਂ ਕਿ ਆਪਾਂ ਕਿੱਦਾਂ ਮਾਲਿਕ ਦੇ ਨੇੜੇ ਹੋ ਸਕਦੇ ਹਾਂ, ਕਿੱਦਾਂ ਉਸ ਹੁਕਮ ਨੂੰ, ਉਸ ਨਾਮ ਨੂੰ ਬੁੱਝ ਸਕਦੇ ਹਾਂ ਜਿਹਦੇ ਨਾਲ ਵਿਛੋੜਾ ਪਿਆ ਹੋਇਆ ਹੈ ਮਨ ਬੱਚੇ ਦਾ। ਆਓ ਬੜੇ ਪਿਆਰ ਦੇ ਨਾਲ ਸਾਰਾ ਹੀ ਪਰਿਵਾਰ ਨੇਤਰ ਬੰਦ ਕਰਦਿਆਂ ਹੋਇਆਂ ਵਾਹਿਗੁਰੂ ਗੁਰੂ ਮੰਤਰ ਦ੍ਰਿੜ ਕਰਨਾ ਹੈ। ਵਾਹਿਗੁਰੂ ਗੁਰੂ ਮੰਤਰ ਦ੍ਰਿੜ ਕਰਨ ਦੀ ਜਿਹੜੀ ਜੁਗਤੀ ਵਿਧੀ ਹੈਗੀ ਆ, ਜਿਹੜੀ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਗੁਰੂ ਦੇ ਵਿੱਚੋਂ ਭੇਦ ਦਿਆ ਹੈ, ਸੋਝੀ ਦੀ ਆ। ਸੰਸਾਰ ਦੇ ਵਿੱਚ ਪ੍ਰੈਕਟੀਕਲ ਅਨੁਭਵ ਅੰਤਰਮੁਖੀ ਨਾ ਹੋਣ ਕਰਕੇ ਜੀਵ ਨੂੰ ਕਈ ਵਾਰ ਭੁਲੇਖਾ ਪੈ ਜਾਂਦਾ ਹੈ ਕਿ ਇੰਨੀ ਉੱਚੀ ਬੋਲ ਕੇ ਆਵਾਜ਼ ਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਕਰਨ ਦੀ ਕੀ ਲੋੜ ਆ। ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਜਾਪਾ ਮਹਾਰਾਜ ਤੋਂ ਗੁਰਬਾਣੀ ਗੁਰੂ ਦੇ ਵਿੱਚ ਬੁੱਝਦੇ ਹੋਇਆਂ ਇਹ ਵਿਚਾਰ ਨੂੰ ਪਰਿਵਾਰ ਦੇ ਵਿੱਚੋਂ ਸਾਂਝੀ ਕਰ ਲੈਣੇ ਹੈ ਕਿ ਉੱਚੀ ਗੁਰਮੰਤਰ ਕਿਉਂ ਦ੍ਰਿੜ ਕਰਨਾ ਹੈ। ਆਪਾਂ ਉੱਚੀ ਗੁਰਮੰਤਰ ਦ੍ਰਿੜ ਕਰਦੇ ਹੈ ਜਾਂ ਉੱਚੀ ਆਵਾਜ਼ ਸਹਿਜ ਸੁਭਾਈ ਹੋ ਹੀ ਜਾਂਦੀ ਆ। ਗੁਰਮੁਖ ਪਿਆਰਿਓ, ਆਪਾਂ ਨੂੰ ਭੇਦ ਦਿੱਤਾ ਹੋਇਆ ਹੈ ਗੁਰਬਾਣੀ ਗੁਰੂ ਦੇ ਵਿੱਚੋਂ ਮਹਾਰਾਜ ਨੇ ਕਿ ਜਿਹੜਾ ਅਕਾਲ ਪੁਰਖ ਪਰਮਾਤਮਾ ਜੀ ਦੇ ਘਰ ਤੋਂ ਇਹ ਸੰਸਾਰ ਦੇ ਵਿੱਚ ਖੇਡਣ ਵਾਸਤੇ ਆਇਆ ਹੋਇਆ ਹੈ, ਜਿਹਨੂੰ ਲੋਕ ਦੇ ਵਿੱਚੋਂ ਮਨ ਕਿਹਾ ਹੈ। ਉਹ ਮਨ ਇਹ ਸਰੀਰ ਦੇ ਵਿੱਚੋਂ ਨੇਤਰਾਂ ਦੇ ਵਿੱਚ ਬੈਠਿਆ ਹੋਇਆ ਹੈ। ਮਹਾਰਾਜ ਨੇ ਭੇਦ ਦਿਆ ਕਿ ਜਿਸ ਇਲਾਕੇ ਦੇ ਵਿੱਚੋਂ ਆਹ ਮਨ ਬੱਚਾ ਖੇਲਣ ਗਿਆ ਹੈ, ਵਪਾਰ ਕਰਨ ਆਇਆ ਹੈ, ਉੱਥੇ ਦਾ ਜਿਹੜਾ ਗੁਰੂ ਹੈ ਉਹ ਗੁਰੂ ਪੌਣ ਹੈ। ਔਰ ਜਿਹੜਾ ਪੌਣ ਦਾ ਇਲਾਕਾ ਹੈ ਇਹ ਦੇਹੀ ਦੇ ਵਿੱਚੋਂ, ਜਿੱਥੇ ਪੌਣ ਦਾ ਪ੍ਰਭਾਵ ਨਿਰੰਤਰ ਚੱਲਦਾ ਰਹਿੰਦਾ ਹੈ, ਉਸ ਏਰੀਏ ਦੇ ਵਿੱਚੋਂ ਵੱਖਰੀਆਂ ਵੱਖਰੀਆਂ ਹਟਾਵਾਂ ਵੀ ਹੈ। ਜਿਨ ਹਟਾਵਾਂ ਤੋਂ ਇਹ ਮਨ ਰਾਜੇ ਨੇ, ਇਹ ਮਨ ਬੱਚੇ ਨੇ, ਜਿਹੜਾ ਸੰਸਾਰ ਦੇ ਵਿੱਚ ਖੇਡਣ ਵਾਸਤੇ ਆਇਆ ਹੋਇਆ ਹੈ। ਇਹਨੇ ਵਪਾਰ ਕਰਕੇ ਲੈ ਕੇ ਜਾਣਾ ਹੈ। ਇਹ ਸਦਾ ਵਾਸਤੇ ਇਹ ਸੰਸਾਰ ਦੇ ਵਿੱਚ ਰਹਿਣ ਨਹੀਂ ਆਇਆ। ਇਹ ਕੁਝ ਸਮੇਂ ਵਾਸਤੇ ਮਾਲਿਕ ਦੇ ਘਰ ਤੋਂ ਇੱਕ ਪੂੰਜੀ ਲੈ ਕੇ ਇਹ ਸੰਸਾਰ ਦੇ ਵਿੱਚ ਖੇਡਣ ਵਾਸਤੇ ਆਇਆ ਹੈ। ਮਹਾਰਾਜ ਨੇ ਭੇਜਿਆ ਕਿ ਇਹ ਜਿਹੜਾ ਸਰੀਰ ਹੈ ਇਹਦੇ ਵਿੱਚੋਂ ਹੱਟੀਆਂ ਹੈ, ਜਿੱਥੇ ਪੌਣ ਦਾ ਪ੍ਰਭਾਵ ਨਿਰੰਤਰ ਚੱਲਦਾ ਰਹਿੰਦਾ ਹੈ। ਉਸ ਇਲਾਕੇ ਦੇ ਵਿੱਚੋਂ 3 ਹੱਟੀਆਂ ਹੈ, ਸੁੰਨ ਦੇ ਵਿੱਚੋਂ, ਖਾਲੀ ਖਲਾ ਦੇ ਵਿੱਚੋਂ। ਉਹ ਆਪਾਂ ਨੇ ਸੁਖਮ ਹੱਟੀਆਂ ਦਾ ਭੇਦ ਲੈਣਾ ਹੈ ਕਿ ਕੌਣ ਸੀਆਂ ਹਟਾਵਾਂ ਹੈ ਉਹ, ਜਿੱਥੇ ਪੌੜ ਚਲਦੀ ਆ ਉਹਦੇ ਵਿੱਚੋਂ ਹੀ ਉਹ ਹੱਟੀਆਂ ਵੀ ਹੈ। ਉਹ ਗੁਰਮੁਖ ਪਿਆਰਿਓ, ਜਿੱਥੇ ਸਾਡੀ ਦੇਹੀ ਦੇ ਵਿੱਚੋਂ ਪੌਣ ਪ੍ਰਵੇਸ਼ ਕਰਦੀ ਆ, ਨੱਕ ਦੇ ਰਾਹੀਂ ਪ੍ਰਵੇਸ਼ ਕਰਦੀ ਆ, ਜਿਹੜਾ ਨੱਕ ਦੇ ਰਾਹੀਂ ਤੇ ਮੁਖ ਦੇ ਰਾਹੀਂ ਇਹ ਦੇਹੀ ਦੇ ਵਿੱਚੋਂ ਇੱਕ ਖਾਲੀ ਖਲਾ ਹੈ, ਇੱਕ ਗਗਨ ਹੈ,
ਸਪੇਸ ਹੈ, ਉਹਦੇ ਵਿੱਚੋਂ ਹੀ ਇਹ ਖਾਲੀ ਖਲਾ ਦੇ ਵਿੱਚੋਂ ਸੂਖਮ ਤੱਤਵਾਂ ਦੇ ਰਾਹੀਂ ਵੱਖਰੀਆਂ ਵੱਖਰੀਆਂ ਹੱਟੀਆਂ ਵੀ ਹੈ। ਉਹ ਇੱਕ ਹੱਟੀ ਆ ਰਜੋਗੁਣੀ, ਇੱਕ ਤਮੋਗੁਣੀ, ਇੱਕ ਸਦੋਗੁਣੀ, ਜਿਹੜੀਆਂ ਵੱਖਰੇ ਵੱਖਰੇ ਤੱਤਵਾਂ ਤੋਂ ਤਿਆਰ ਹੋਣੀਆਂ ਹੈ। ਜਿਹੜੀ ਰਜੋਗੁਣੀ ਹੱਟ ਹੈ ਉਹ ਪਾਣੀ ਪੌਣ ਤੱਤਵ ਤੋਂ ਤਿਆਰ ਹੁੰਦੀ ਆ। ਇੱਕ ਸਦੋਗੁਣੀ ਹੱਟ ਹੈ ਜਿਹੜੀ ਪਾਣੀ ਤੱਤਵ ਤੋਂ ਤਿਆਰ ਹੁੰਦੀ ਆ। ਇੱਕ ਤਮੋਗੁਣੀ ਹੱਟ ਹੈ ਜਿਹੜੀ ਅਗਨ ਤੱਤਵ ਤੋਂ ਤਿਆਰ ਹੁੰਦੀ ਆ। ਉਹ ਇਹ ਦੇਹੀ ਦੇ ਵਿੱਚੋਂ ਜਿਹੜਾ ਸਪੇਸ ਹੈ, ਜਿਹੜਾ ਖਾਲੀ ਖਲਾ ਹੈ, ਉਹਦੇ ਵਿੱਚੋਂ ਤੱਤਵਾਂ ਦੇ ਰਾਹੀਂ ਹੱਟੀਆਂ ਤਿਆਰ ਹੋਣੀਆਂ ਹੈ, ਜਿਨ੍ਹਾਂ ਦੇ ਰਾਹੀਂ ਸੂਖਮ ਹਟਾਵਾਂ ਦੇ ਰਾਹੀਂ ਸੂਖਮ ਹੀ ਵਪਾਰ ਇਹ ਮਨ ਬੱਚੇ ਨੇ ਕਰਨਾ ਹੈ। ਆਪ ਮਨ ਬੱਚਾ ਵੀ ਮਾਲਿਕ ਨੇ ਭੇਦ ਦਿੱਤਾ ਗੁਰਬਾਣੀ ਗੁਰੂ ਦੇ ਵਿੱਚੋਂ। ਮਹਾਰਾਜ ਫਰਮਾਨ ਕਰਦੇ, ਏ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਵਿਨ ਅਵਰ ਨਾ ਦੇਖੋ ਕੋਈ। ਮਹਾਰਾਜ ਨੇ ਭੇਦ ਦੇ ਦਿਆ ਕਿ ਜਿਹੜਾ ਮਨ ਬੱਚਾ ਹੈ ਉਹ ਨੇਤਰਾਂ ਦੇ ਵਿੱਚ ਬੈਠਿਆ ਹੋਇਆ ਹੈ, ਤੇ ਆਪ ਕਿੱਦਾਂ ਦਾ ਹੈ ਉਹਦਾ ਸਰੂਪ। ਮਹਾਰਾਜ ਫਰਮਾਨ ਕਰਦੇ ਗੁਰਬਾਣੀ ਗੁਰੂ ਦੇ ਵਿੱਚੋਂ, ਮਨ ਤੂੰ ਜੋਤ ਸਵਰੂਪ ਹੈ ਆਪਣਾ ਮੂਲ ਪਛਾਣ। ਜਿਹੜਾ ਇਹ ਮਨ ਬੱਚਾ ਹੈ ਇਹ ਇੱਕ ਜੋਤ ਹੈ, ਇੱਕ ਪ੍ਰਕਾਸ਼ ਹੈ, ਇੱਕ ਲਾਈਟ ਦੇ ਨਿਆਈ ਹੈ, ਲੇਕਿਨ ਆਕਾਰ ਦੇ ਵਿੱਚੋਂ ਨਹੀਂ ਹੈ। ਇੱਕ ਪਾਵਰ ਹੈ ਜਿਹੜੀ ਪ੍ਰਕਾਸ਼ਮਾਨ ਪਾਵਰ ਹੈ। ਉਹ ਪਾਵਰ ਇਹ ਨੇਤਰਾਂ ਦੇ ਵਿੱਚ ਰੱਖੀ ਹੋਈ ਆ, ਮਾਲਿਕ ਦੇ ਵੱਲੋਂ ਜਿਹੜੀ ਇਹ ਸੰਸਾਰ ਦੇ ਵਿੱਚ ਖੇਡਣ ਵਾਸਤੇ ਭੇਜੀ ਆ। ਉਹ ਸੂਖਮ ਪਾਵਰ ਦਾ ਜਿਹਨੂੰ ਮਨ ਕਿਹਾ ਗਿਆ ਹੈ, ਜਿਹਨੂੰ ਜੀਵਾਤਮਾ ਕਿਹਾ ਗਿਆ ਹੈ, ਜਦੋਂ ਉਹ ਇਹ ਸੰਸਾਰ ਦੇ ਵਿੱਚ ਖੇਡਣ ਆਈ ਆ, ਉਹ ਨਿਤ ਨਿਤ ਰੋਜ਼ ਰੋਜ਼ ਆਂਦੀ ਆ। ਅਕਾਲ ਪੁਰਖ ਪ੍ਰਮਾਤਮਾ ਜੀ ਨੇ ਸੁਣ ਦੇ ਵਿੱਚ ਤੋਂ ਇਹ ਖੇਡ ਨੂੰ ਦਿਨ ਔਰ ਰਾਤ ਦੇ ਵਿੱਚ ਬਣਾਇਆ ਹੈ। ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਾਂ ਨੂੰ ਫਰਮਾਨ ਕਰਦੇ ਗੁਰਬਾਣੀ ਗੁਰੂ ਦੇ ਵਿੱਚੋਂ, ਦਿਵਸ ਰਾਤ ਦੁਈ ਦਾਈ ਦਾਇਆ ਖੇਲੇ ਸਗਲ ਜਗਤ। ਕਹਿੰਦੇ ਦਿਨ ਤੇ ਰਾਤ ਦੀ ਮਾਲਿਕ ਨੇ ਖੇਡ ਸਾਜੀ ਆ, ਜਿਹਦੇ ਵਿੱਚ ਇਹ ਜੀਵਾਤਮਾ ਨੂੰ, ਮਨ ਬੱਚੇ ਨੂੰ ਇਹ ਸੰਸਾਰ ਦੇ ਵਿੱਚੋਂ ਇਹ ਹਟਾਵਾ ਤੋਂ ਵਪਾਰ ਕਰਨ ਵਾਸਤੇ ਭੇਜਿਆ ਹੈ। ਆਪਾਂ ਨੂੰ ਮਾਲਿਕ ਦੇ ਵੱਲੋਂ ਸਾਲ ਮਹੀਨਾ ਇਹਨਾਂ ਦੇ ਵਿੱਚੋਂ ਸਮੇਂ ਨਹੀਂ ਮਿਲਿਆ ਹੋਇਆ। ਵਾਹਿਗੁਰੂ ਮਹਾਰਾਜ ਫਰਮਾਨ ਕਰਦੇ ਹੈ, ਹਮ ਆਦਮੀ ਹੈ ਇੱਕਦਮੀ। ਆਪਾਂ ਇੱਕਦਮੀ ਹੈ, ਸਾਨੂੰ ਸਵਾਸਾ ਰੂਪੀ ਧਨ ਮਿਲਿਆ ਹੋਇਆ ਹੈ, ਜਿਹਦੇ ਵਿੱਚੋਂ ਕਿ ਮਨ ਬੱਚੇ ਨੂੰ ਵਪਾਰ ਕਰਨ ਦੇ ਲਈ ਇਹ ਧਰਮਸ਼ਾਲਾ ਦੇ ਵਿੱਚੋਂ ਭੇਜਿਆ ਹੈ, ਇਹ ਨਗਰੀ ਦੇ ਵਿੱਚੋਂ ਭੇਜਿਆ ਹੈ, ਔਰ ਇੱਕ ਰਹਿਣ ਦੇ ਲਈ ਇੱਕ ਕਿਲਾ, ਇੱਕ ਪਿੰਡ, ਇੱਕ ਦੇਸ਼, ਇੱਕ ਖੇਤ, ਇੱਕ ਦੇਹੀ, ਇੱਕ ਸਰੀਰ, ਇੱਕ ਬੋਡੀ ਜਿਹੜੀ ਆਹ ਹੈਗੀ ਆ ਸਾਡੇ ਕੋਲ, ਆਹ ਦਿੱਤੀ ਹੋਈ ਆ। ਤੇ ਇੱਕ ਆ ਧਰਮਸ਼ਾਲਾ ਸਾਜੀ ਹੋਈ ਆ, ਜਿਹਦੇ ਵਿੱਚ ਕਿ 4 ਖਾਣਿਆਂ ਦੇ ਰਾਹੀਂ ਮਾਲਿਕ ਨੇ ਸ੍ਰਿਸ਼ਟੀ ਨੂੰ ਸਾਜਿਆ ਹੋਇਆ ਹੈ। ਜਿਹੜਾ ਆਪਾਂ ਵਿਚਾਰਦੇ ਹਾਂ ਗੁਰਬਾਣੀ ਗੁਰੂ ਦੇ ਵਿੱਚੋਂ, ਅੰਡਜ ਜੇਰਜ ਸੇਤਜ ਕੀਨੀ ਉਤਬੁਜ ਖਾਨ ਬਹੁ ਰਚਦੀਨੀ, ਕਹੂੰ ਫੂਲ ਰਾਜਾ ਹੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੱਠਾ। ਇਹ 4 ਖਾਣੀਆਂ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਸਾਜੀਆਂ ਹੋਈਆਂ ਹੈ। ਉਹਦੇ ਵਿੱਚ ਤੋਂ ਜਿਹੜੀ ਆਹ ਮਾਲਿਕ ਨੇ ਧਰਮਸ਼ਾਲਾ ਸਾਜੀ ਆ, ਜਿਹਨੂੰ ਆਪਾਂ ਧਰਤ ਕਹਿੰਦੇ ਹਾਂ, ਫਰਮਾਨ ਕਰਦੇ हैं ਗੁਰਬਾਣੀ ਗੁਰੂ ਦੇ ਵਿੱਚ ਮਹਾਰਾਜ, ਪੌਣ ਪਾਣੀ ਅਗਨ ਪਾਤਾਲ, ਤਿਸ ਵਿੱਚ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜਿਉ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇਹ ਅਕਾਲ ਪੁਰਖ ਪਰਮਾਤਮਾ ਜੀ ਨੇ ਇੱਕ ਮਾਨੁਕ ਦੇਹੀ ਨੂੰ ਉੱਤਮ ਸਾਜਦੇ ਹੋਇਆ ਇਹਦੇ ਵਿੱਚੋਂ ਇਹ ਮਨ ਰਾਜੇ ਨੂੰ ਖੇਡਣ ਵਾਸਤੇ ਸੰਸਾਰ ਦੇ ਵਿੱਚ ਭੇਜਾ। ਤੇ ਦਿਨ ਸੋ ਔਰ ਰਹਿਣ ਦੀ ਖੇਲ, ਰਾਤ ਔਰ ਦਿਨ ਦੀ ਖੇਡ ਬਣਾ ਕੇ ਭੇਜਦੀ ਆ ਵਪਾਰ ਕਰਨ ਦੇ ਲਈ। ਹੁਣ ਗੁਰਮੁਖ ਪਿਆਰਿਓ, ਅੱਗੇ ਆਪਾਂ ਨੇ ਬੁੱਝਣਾ ਹੈ ਕਿ ਮਨ ਬੱਚਾ ਸੂਖਮ ਰੂਪ ਦੇ ਵਿੱਚ ਇਹ ਨੇਤਰਾਂ ਦੇ ਵਿੱਚ ਬੈਠ ਕੇ ਤੇ ਹਟਾਵਾ ਤੋਂ ਕਿੱਦਾਂ ਖੇਲ ਰਿਹਾ ਹੈ। ਗੁਰਮੁਖ ਪਿਆਰਿਓ, ਮਹਾਰਾਜ ਨੇ ਆਪਾਂ ਨੂੰ ਭੇਦ ਦਿੱਤਾ ਹੋਇਆ ਗੁਰਬਾਣੀ ਗੁਰੂ ਦੇ ਵਿੱਚੋਂ ਕਿ ਜਿਹੜੀ ਪੌਣ ਹੈ ਉਹ ਇਹ ਲੋਕ ਦਾ ਗੁਰੂ ਹੈ। ਪੌੜ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ। ਇਹ ਲੋਕ ਦਾ ਭੇਦ ਦੇ ਰਹੇ ਆਪਾਂ ਨੂੰ
ਕਿ ਦਿਨ ਸੋ ਰਹਿਣ ਦੀ ਖੇਲ ਬਣਾਈ ਆ, ਪੌਣ ਅੱਥੇ ਦਾ ਗੁਰੂ ਆ। ਔਰ ਉਹ ਗੁਰੂ ਜਿਹੜਾ ਪੌਣ ਹੈ, ਜਿਹੜੀ ਇੱਕ ਹਵਾ ਹੈ, ਉਹ ਮਨ ਬੱਚੇ ਦੇ ਨਾਲ ਕਿੱਦਾਂ, ਮਨ ਬੱਚਾ ਉਹਦੇ ਨਾਲ ਰਲਦਾ ਹੈ, ਉਹ ਕਿੱਦਾਂ ਉਹਦਾ ਪ੍ਰਭਾਵ ਨਿਰੰਤਰ ਇਹ ਦੇਹੀ ਦੇ ਵਿੱਚੋਂ ਚੱਲ ਰਿਹਾ ਹੈ ਤੇ ਕਿਹੜੇ ਇਲਾਕੇ ਦੇ ਵਿੱਚੋਂ ਚੱਲ ਰਿਹਾ ਹੈ, ਇਹ ਆਪਾਂ ਸਹਿਜ ਸੁਭਾਈ ਇਹ ਦੇਹੀ ਦੇ ਵਿੱਚੋਂ ਚੈੱਕ ਕਰਾਂਗੇ। ਜਿਹੜੇ ਸਾਡੇ ਨੱਕ ਦੇ ਸੁਰ ਹੈ ਗੁਰਮੁਖ ਪਿਆਰਿਓ, ਇਹਨਾਂ ਦੇ ਵਿੱਚੋਂ ਪੌਣ ਪ੍ਰਵੇਸ਼ ਕਰਦੀ ਆ, ਜਿਹਨੂੰ ਆਪਾਂ ਬੋਲਦੇ ਹਾਂ ਸਵਾਸ। ਇਹਦੇ ਵਿੱਚੋਂ ਪੌਣ ਜਾਂਦੀ ਆ, ਇਹ ਅੰਦਰ ਘੁੰਮਦੀ ਹੋਈ, ਜਿੱਥੇ ਐਨਕ ਦੀ ਡੰਡੀ ਹੁੰਦੀ ਆ, ਇੱਥੇ ਦੇ ਰਾਹੀਂ ਘੁੰਮਦੀ ਹੋਈ ਨੀਚੇ ਨਾਭੀ ਤੋਂ ਜਾਂਦੀ ਆ। ਇਹ ਉਸ ਇਲਾਕੇ ਨੂੰ ਪਾਰ ਕਰਦੀ ਹੋਈ ਜਾਂਦੀ ਹੈ ਜਿਹਦੇ ਵਿੱਚੋਂ ਪੌਣ ਤੇ ਪਾਣੀ ਤੇ ਅਗਨ ਤੇ ਵੱਖਰੀਆਂ ਵੱਖਰੀਆਂ ਹਟਾਵਾਂ ਤਿਆਰ ਹੋਣੀਆਂ ਹੈ। ਉਹ ਹੈ ਸੁਖਮ ਹਟਾਵਾਂ। ਇੱਕ ਜਿਹੜੀ ਪੌਣ ਤੱਤਵ ਤੋਂ ਰਜੋਗੁਣੀ ਹਟ, ਇੱਕ ਅਗਨ ਤੱਤਵ ਤੋਂ ਤਮੋਗੁਣੀ ਹਟ, ਇੱਕ ਪਾਣੀ ਤੱਤਵ ਤੋਂ ਸਦੋਗੁਣੀ ਹਟ। ਇਹ ਅੰਦਰ ਸੁੰਨ ਦੇ ਵਿੱਚੋਂ, ਅੰਦਰ ਜਿਹੜੀ ਸੁੰਨ ਹੈਗੀ ਹੈ ਦੇਹੀ ਦੇ ਵਿੱਚੋਂ ਖਾਲੀ ਖਲਾ, ਉਹਦੇ ਵਿੱਚੋਂ ਇਹ ਹਟਾਵਾਂ ਹੈ। ਉਨ ਹੱਟੀਆਂ ਤੋਂ ਹੁੰਦੀ ਹੋਈ ਆ ਪੌਣ ਥੱਲੇ ਜਾਂਦੀ ਆ, ਕਿੱਥੇ? ਨਾਭੀ ਤੋਂ ਜਾਂਦੀ ਆ। ਜਿਹੜਾ ਆਪਾਂ ਨੂੰ ਫਰਮਾਨ ਕਰਦੇ ਗੁਰਬਾਣੀ ਗੁਰੂ ਦੇ ਵਿੱਚ, ਦੋਵਾਂ ਸਰਿਆ ਕਾ ਆਪ ਸੁਆਮੀ, ਖਿਲੈ ਵਿਗਸੈ ਅੰਤਰਜਾਮੀ। ਇਹ ਅੰਦਰ ਜਾਂਦੀ ਆ ਪੌਣ, ਅੰਦਰ ਹੁੰਦੀ ਹੋਈ ਨਾਭੀ ਤੋਂ ਬੈਕ ਘੁੰਮਦੀ ਹੋਈ ਇਹ ਨੱਕ ਦੇ ਸੁਰ ਦੇ ਰਾਹੀਂ ਬਾਹਰ ਆ ਜਾਂਦੀ ਆ। ਹੁਣ ਆਪਾਂ ਨੂੰ ਗੁਰਬਾਣੀ ਗੁਰੂ ਦੇ ਵਿੱਚ ਭੇਦ ਦਿੱਤਾ ਹੋਇਆ ਹੈ ਕਿ ਆਪਾਂ ਨੇ ਇਹ ਸੁਖਮ ਮਨ ਇਹ ਪੌਣ ਦੇ ਨਾਲ ਆਪ ਮਿਲ ਕੇ ਚੱਲਦਾ ਹੈ। ਇਹਦਾ ਸੰਪਰਕ ਹੋਇਆ ਹੋਇਆ ਹੈ। ਕਿੱਥੇ ਹੋਇਆ ਹੋਇਆ ਹੈ ਇਹਦਾ ਸੰਪਰਕ? ਜਿੱਥੇ ਇਹ ਸਾਡੀ ਐਨਕ ਦੀ ਡੰਡੀ ਆ, ਇੱਥੇ ਜਿੱਥੇ ਆਪਾਂ ਐਨਕ ਲਗਾਨੇ ਹੈ, ਚਸ਼ਮਾ ਲਗਾਨੇ ਹੈ ਕਈ ਲੋਕੀ, ਤੇ ਇੱਥੇ ਜੋ ਪੁਆਇੰਟ ਹੁੰਦਾ ਵਿੱਚ ਵਿਚਾਲੇ ਵਾਲਾ, ਇੱਥੇ ਸੁਖਮ ਰੂਪ ਦੇ ਵਿੱਚੋਂ ਉਹ ਸੁਖਮ ਪਾਉਣ ਦੇ ਨਾਲ ਮਨ ਬੱਚੇ ਦਾ ਕੰਟੈਕਟ ਹੋਇਆ ਜਾਂਦਾ ਹੈ। ਜਦੋਂ ਮਨ ਬੱਚਾ ਦੇਹੀ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਸੁਖਮ ਪਾਉਣ ਥੱਲੇ ਉਨ ਹੱਟੀਆਂ ਤੋਂ ਹੁੰਦੀ ਹੋਈ ਨਾਭੀ ਤੋਂ ਜਾਂਦੀ ਆ, ਉਹ ਫਿਰ ਬੈਕ ਨਾਭੀ ਤੋਂ ਉਨ ਹੱਟੀਆਂ ਤੋਂ ਹੁੰਦੀ ਹੋਈ ਬਾਹਰ ਜਾਂਦੀ ਆ। ਜਿੱਦਾਂ ਹੀ ਮਨ ਬੱਚੇ ਦਾ ਸੰਪਰਕ ਪਾਉਣ ਦੇ ਨਾਲ ਹੁੰਦਾ ਹੈ, ਉਹ ਪਾਉਣ ਥੱਲੇ ਤੱਕ ਜਾ ਰਹੀ ਆ ਉਨ ਹਟਾਵਾਂ ਤੋਂ, ਰਜੋ ਤਮੋ ਸਤੋ ਤੋਂ, ਤੇ ਮਨ ਬੱਚੇ ਦਾ ਜਿਹੜਾ ਆਪ ਦਾ ਕੰਟੈਕਟ ਹੈ, ਜਿਹੜਾ ਸੰਪਰਕ ਹੈ, ਉਹ ਥੱਲੇ ਤੱਕ ਹੋ ਜਾਂਦਾ ਹੈ। ਇਸ ਕਰਕੇ ਮਨ ਬੱਚਾ ਇਹ ਰਜੋ ਹਟ ਤੋਂ, ਤਮੋ ਹਟ ਤੋਂ, ਸਦੋਂ ਹਟ ਤੋਂ ਸਹਿਜ ਸੁਭਾਈ ਖੇਡਣਾ ਸ਼ੁਰੂ ਕਰ ਦਿੰਦਾ ਹੈ। ਉਹ ਕਿੱਦਾਂ ਖੇਡਦਾ ਹੈ ਗੁਰਮੁਖ ਪਿਆਰਿਓ? ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦੇ ਰਾਹੀਂ। ਜਿਹੜਾ ਅੰਦਰ ਵਿਚਾਰ ਜਿੱਦਾਂ ਦਾ ਲਊਗਾ, ਫਿਰ ਗਿਆਨ ਇੰਦਰੀ ਤੇ ਕਰਮ ਇੰਦਰੀ ਦੇ ਰਾਹੀਂ ਇਹੋ ਜਿਹੀ ਕਿਰਿਆ ਕਲਾਪ ਉਹ ਉਦਾਂ ਦੀ ਹੀ ਐਕਟੀਵਿਟੀ ਕਰਨੀ ਸ਼ੁਰੂ ਕਰ ਦੂਗਾ ਫੁਰਨਿਆਂ ਦੇ ਰਾਹੀਂ। ਹੁਣ ਗੁਰਮੁਖ ਪਿਆਰਿਓ, ਮਹਾਰਾਜ ਨੇ ਆਪਾਂ ਨੂੰ ਭੇਦ ਦਿਆ ਗੁਰਬਾਣੀ ਗੁਰੂ ਦੇ ਵਿੱਚੋਂ, ਰਜਗੁਣ ਤਮਗੁਣ ਸਤਗੁਣ ਕਹੀਐ ਇਹ ਤੇਰੀ ਸਭ ਮਾਇਆ। ਕਹਿੰਦੇ ਜਿਹੜੀ ਮਾਇਆ ਹੈਗੀ ਹੈ ਉਹ ਰਜੋਗੁਣੀ, ਤਮੋਗੁਣੀ ਤੇ ਸਦੋਗੁਣੀ ਫੁਰਨੇ ਹੀ ਮਾਇਆ ਹੈ। ਇਹ ਮਾਇਆ ਦੇ ਗਰਭ ਦੇ ਵਿੱਚੋਂ ਹੀ ਆ ਮਨ ਬੱਚਾ ਆ ਗਿਆ। ਕਿੱਦਾਂ ਆ ਗਿਆ? ਧਿਆਨ ਰੂਪ ਹੋ ਕੇ ਆ ਗਿਆ। ਨੇਤਰਾਂ ਦੇ ਵਿੱਚੋਂ ਜੋਤ ਰੂਪ ਹੋ ਕੇ ਬੈਠਾ ਥਾ, ਲੇਕਿਨ ਜਦੋਂ ਇਹ ਸੁਖਮ ਇਲਾਕੇ ਦੇ ਵਿੱਚੋਂ ਥੱਲੇ ਆਇਆ ਪਾਉਣ ਦੇ ਨਾਲ ਰਲ ਕੇ, ਤੇ ਧਿਆਨ ਰੂਪ ਹੋ ਕੇ ਇਹ ਰਜੋ ਤਮੋ ਸਤੋ ਦੀ ਹਟਾਵਾਂ ਤੋਂ ਆਪ ਖਿਲਰ ਗਿਆ। ਤੇ ਹੁਣ ਮਹਾਰਾਜ ਨੇ ਭੇਦ ਦਿੱਤਾ ਆਪਾਂ ਨੂੰ ਕਿ ਇਹ ਰਹਿਣ ਵਾਲਾ ਤਾਂ ਸੱਚਖੰਡ ਦਾ ਹੈ। ਇਹਦਾ ਜਿਹੜਾ ਘਰ ਹੈ ਉਹ ਸੂਖ ਮਹਿਲ ਹੈ, ਸੱਚਖੰਡ ਹੈ। ਜਿਹੜਾ ਇਹਦਾ ਆਪ ਦਾ ਮੂਲ ਹੈ ਉਹ ਆਪ ਪ੍ਰਕਾਸ਼ ਰੂਪ ਹੈ। ਲੇਕਿਨ ਮਨ ਬੱਚਾ ਇੰਨਾ ਜ਼ਿਆਦਾ ਇਹ ਹਟਾਵਾਂ ਤੋਂ ਵਪਾਰ ਕਰਦਿਆਂ ਇੰਨਾ ਜ਼ਿਆਦਾ ਮੋਹ ਦੇ ਵਿੱਚੋਂ ਪੈ ਗਿਆ ਕਿ ਇਹ ਦੇਹੀ ਦੇ ਵਿੱਚ ਤੋਂ ਆਪ ਸਹਿਜ ਸੁਭਾਈ ਹੁਕਮ ਨੂੰ ਵੀ ਭੁੱਲ ਗਿਆ, ਤੇ ਹੁਕਮ ਦੇ ਰਾਹੀਂ ਘਰ ਆਣਾ ਜਾਣਾ ਵੀ ਭੁੱਲ ਗਿਆ, ਤੇ ਥੱਲੇ ਭਵਸਾਗਰ ਦੇ ਵਿੱਚੋਂ ਡਿੱਗ ਗਿਆ। ਔਰ ਉਹ ਭਵਸਾਗਰ ਹੈ ਫੁਰਨੇ, ਵਿਚਾਰ, ਇਹ ਜਿਹੜੀ ਕਾਲ ਦਾ ਬੰਦੀਖਾਨਾ ਹੈ, ਜਿਹਦੇ ਵਿੱਚ ਕੀ ਆ ਫਸਿਆ ਹੋਇਆ ਹੈ। ਉਹ ਸੁਖਮ ਬੰਦੀਖਾਨੇ ਦੇ ਵਿੱਚੋਂ ਇਹ ਮਨ ਬੱਚਾ ਧਿਆਨ ਰੂਪ ਹੋ ਕੇ ਖਿਲਰਿਆ ਹੋਇਆ ਹੈ। ਕਵੀ ਰਜੋਗੁਣੀ ਫੁਰਨੇ, ਸਹਿਜ ਸੁਭਾਈ ਅੰਦਰ ਜਿਹੜਾ ਫੁਰਨਿਆਂ ਦਾ ਪ੍ਰਭਾਵ ਚੱਲ ਰਿਹਾ ਹੈ, ਉਹਦੇ ਵਿੱਚੋਂ ਕਵੀ ਰਜੋਗੁਣੀ ਫੁਰਨੇ, ਕਵੀ ਤਮੋਗੁਣੀ ਫੁਰਨੇ, ਕਦੀ ਸਦੋਗੁਣੀ ਫੁਰਨੇ, ਜਿਹੜੇ ਲਗਾਤਾਰ ਚੱਲ ਰਹੇ हैं। और मन बच्चा
ਉਹਨੂੰ ਫੁਰਨਿਆਂ ਦੇ ਵਿੱਚੋਂ ਇਹ ਦਸਮ ਦੁਆਰ ਤੋਂ ਬਹੁਤ ਦੂਰ ਇਹ ਵਿਖ ਮਾਇਆ ਇਹ ਕਾਲ ਦੇ ਜਾਲ ਦੇ ਵਿੱਚੋਂ ਬਹੁਤ ਦੂਰ ਘਰ ਤੋਂ ਨਿਕਲ ਗਿਆ। ਹੁਣ ਮਹਾਰਾਜ ਨੇ ਭੇਜ ਦਿਆ ਕਿ ਜੇ ਆਪਾਂ ਇਹਨੂੰ ਵਾਪਸ ਲਾਣਾ ਚਾਹੁੰਦੇ ਹੈ, ਜਿੱਥੇ ਦਾ ਇਹ ਰਹਿਣ ਵਾਲਾ ਹੈ ਉਸ ਦਰ ਤੇ ਜੇ ਆ ਵਾਪਸ ਜਾਣਾ ਚਾਹੁੰਦਾ ਹੈ ਤੇ ਇਹਨੂੰ ਇਹ ਹੱਟੀਆਂ ਤੋਂ ਉੱਪਰ ਆਣਾ ਪਊਗਾ। ਹੁਣ ਸੁਖਮ ਹੱਟੀਆਂ ਹੈ ਅੰਦਰ, ਉਹਨੂੰ ਸੁਖਮ ਹੱਟੀਆਂ ਤੋਂ ਇਹ ਮਨ ਬੱਚਾ ਕਿੱਦਾਂ ਬਾਹਰ ਆ ਸਕਦਾ ਹੈ? ਇਹ ਤਾਂ ਖੇਡ ਔਖੀ ਹੈਗੀ ਹੈ। ਜਿਹੜੀ ਆ ਦ੍ਰਿਸ਼ਟਮਾਨ ਹੋ ਤੇ ਆਪਾਂ ਵਾਪਸ ਆ ਸਕਦੇ ਹਾਂ। ਦ੍ਰਿਸ਼ਟਮਾਨ ਖੇਡ ਦੀ ਤਾਂ ਆਪਾਂ ਨੂੰ ਸੋਝੀ ਵੀ ਆ, ਲੇਕਿਨ ਸੁਖਮ ਇਲਾਕੇ ਦੇ ਵਿੱਚੋਂ ਸੁਖਮ ਮਨ ਸੁਖਮ ਇਲਾਕੇ ਦੇ ਵਿੱਚੋਂ ਗਿਆ ਹੋਇਆ ਹੈ ਤੇ ਕਿੱਦਾਂ ਵਾਪਸ ਲਾਇਆ ਜਾ ਸਕਦਾ ਹੈ? ਤੇ ਮਹਾਰਾਜ ਨੇ ਆਪਾਂ ਨੂੰ ਭੇਜ ਦਿਆ ਗੁਰਬਾਣੀ ਗੁਰੂ ਦੇ ਵਿੱਚੋਂ ਕਿ ਪ੍ਰੈਕਟੀਕਲੀ ਵਿਚਾਰ ਕਰਦਿਆਂ ਹੋਇਆਂ, ਆਪ ਦਾ ਅਨੁਭਵ ਕਰਦਿਆਂ ਹੋਇਆਂ ਜਿਹੜਾ ਗੁਰਬਾਣੀ ਗੁਰੂ ਦੇ ਵਿੱਚੋਂ ਫਰਮਾਨ ਕਰਦੇ ਆ ਆਪਾਂ ਨੂੰ ਕਿ ਜਿਹੜਾ ਇੱਕ ਚੜ੍ਹਾਈ ਕਰ ਗਿਆ ਉਹਦੇ ਲਈ ਉਹਨਾਂ ਨੇ ਕਲਮਬੰਦ ਕਰਾ, ਕਹਿੰਦੇ ਕੌਣ ਮੁਆਰੇ ਕੌਣ ਮੁਆ। ਜਿਹੜਾ ਇਹ ਸੰਸਾਰ ਦੇ ਵਿੱਚੋਂ ਚਲਾ ਗਿਆ, ਚੜ੍ਹਾਈ ਕਰ ਗਿਆ, ਉਹ ਕਿੱਥੋਂ ਚਲਾ ਗਿਆ? ਇਹਦੀ ਵੀ ਖੋਜ ਕਰੋ, ਇਹ ਮਨ ਦੀ ਖੋਜ ਕਰੋ ਕਿ ਇਹ ਮਨ ਇਹ ਭਵਸਾਗਰ ਦੇ ਵਿੱਚੋਂ ਕਿੱਦਾਂ ਆਇਆ ਤੇ ਰਾਤ ਨੂੰ ਇਹ ਭਵਸਾਗਰ ਦੇ ਵਿੱਚ ਤੋਂ ਇਹ ਦੇਹੀ ਦੇ ਵਿੱਚ ਤੋਂ ਨਿਕਲ ਕੇ ਕਿੱਥੇ ਜਾਂਦਾ ਹੈ। ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਗੁਰਮੁਖ ਪਿਆਰਿਓ, ਸੁੱਤਿਆ ਤੇ ਮਰਿਆ ਹੋਇਆ ਬੰਦਾ ਜਿੱਦਾਂ ਇੱਕ ਸਹਿਜ ਸੁਭਾਈ ਆਪਾਂ ਇੱਕ ਕਹਾਵਤ ਸੁਣਦੇ ਆ ਕਿ ਬਰਾਬਰ ਹੁੰਦਾ ਹੈ। ਉਹ ਕਿਉਂ? ਕਿਉਂਕਿ ਮਨ ਵੱਖ ਹੋ ਜਾਂਦਾ ਹੈ ਦੇਹੀ ਤੋਂ। ਇਸ ਕਰਕੇ ਉਹਨਾਂ ਨੇ ਆਪਾਂ ਨੂੰ ਭੇਜ ਦਿਆ ਕਿ ਤੁਸੀਂ ਸਭ ਤੋਂ ਪਹਿਲਾਂ ਇਹ ਅੰਤਰਮੁਖੀ ਹੋਣ ਕਰਕੇ ਗਿਆਨ ਲਓ ਕਿ ਆ ਮਨ ਬੱਚਾ ਇਹ ਦੇਹੀ ਦੇ ਵਿੱਚੋਂ ਇਹ ਹੱਟੀਆਂ ਤੋਂ ਗਿਆ ਕਿੱਦਾਂ ਥਾ। ਅਸੀਂ ਰੋਜ਼ ਇਹ ਸੰਸਾਰ ਦੇ ਵਿੱਚੋਂ ਸਵੇਰ ਨੂੰ ਡੇਲੀ ਆਨੇ ਹਾਂ ਤੇ ਸਭ ਤੋਂ ਪਹਿਲਾਂ ਜਦੋਂ ਮਨ ਬੱਚਾ ਆਂਦਾ ਹੈ ਨੇਤਰਾਂ ਦੇ ਵਿੱਚੋਂ ਆਂਦਾ ਹੈ, ਔਰ ਨੇਤਰਾਂ ਦੇ ਵਿੱਚੋਂ ਆਂਦੇ ਹੀ ਸਾਰ ਇਹ ਪੌਣ ਨੱਕ ਦੇ ਰਾਹੀਂ ਜਦੋਂ ਚਲਦੀ ਆ, ਮਨ ਪੌਣ ਦੇ ਨਾਲ ਰਲ ਕੇ ਥੱਲੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਤੇ ਸੁਖਮ ਹਟਾਵਾਂ ਤੋਂ ਫਟਾਫਟ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਤੇ ਜੇ ਇਹਨੂੰ ਵਾਪਸ ਲਾਣਾ ਹੋਵੇ ਤੇ ਉਹ ਪੌਣ ਦੇ ਰਾਹੀਂ ਵਾਪਸ ਵੀ ਆ ਸਕਦਾ ਹੈ, ਕਿਉਂਕਿ ਪੌਣ ਦੇ ਰਾਹੀਂ ਹੀ ਥੱਲੇ ਗਿਆ ਹੈ ਤੇ ਪੌਣ ਦੇ ਰਾਹੀਂ ਜੇ ਥੱਲੇ ਜਾ ਸਕਦਾ ਹੈ ਭਵਸਾਗਰ ਦੇ ਵਿੱਚੋਂ ਤੇ ਪੌਣ ਦੇ ਰਾਹੀਂ ਅੱਗੇ ਵੀ ਜਾ ਸਕਦਾ ਹੈ। ਪੌਣ ਤਾਂ ਉਸ ਪੁਆਇੰਟ ਤੋਂ ਜਿਹੜੀ ਆ ਸਾਡੀ ਐਨਕ ਦੀ ਡੰਡੀ ਆ, ਇਸ ਪੁਆਇੰਟ ਤੋਂ ਥੱਲੇ ਵੀ ਚੱਲ ਰਹੀ ਆ ਔਰ ਇਸ ਪੁਆਇੰਟ ਤੋਂ ਅੱਗੇ ਨੱਕ ਦੇ ਸੁਰਾਂ ਤੇ ਹੁੰਦੀ ਹੋਈ ਬਾਹਰਲੀ ਸੁਣ ਦੇ ਵਿੱਚੋਂ ਵੀ ਜਾ ਰਹੀ ਆ। ਤੇ ਜੇ ਇਸ ਪੌਣ ਦਾ ਸਹਾਰਾ ਜਾਂ ਮਨ ਬੱਚਾ ਲੈਂਦੇ ਹੋਇਆਂ ਥੱਲੇ ਜਾ ਸਕਦਾ ਹੈ, ਫੁਰਨਿਆਂ ਦੇ ਵਿੱਚੋਂ ਇਹ ਭਵਸਾਗਰ ਦੇ ਵਿੱਚੋਂ ਜਾ ਸਕਦਾ ਹੈ, ਤੇ ਗੁਰਮੁਖ ਪਿਆਰਿਓ ਇਹ ਪੌਣ ਦਾ ਸਹਾਰਾ ਲੈ ਕੇ ਇਹ ਬਾਹਰ ਵੀ ਜਾ ਸਕਦਾ ਹੈ। ਸੁਣ ਦੇ ਵਿੱਚੋਂ, ਬਾਹਰਲੀ ਸੁਣ ਦੇ ਵਿੱਚੋਂ ਵੀ ਜਾ ਸਕਦਾ ਹੈ। ਜੇ ਅੰਦਰਲੀ ਸੁਣ ਦੇ ਵਿੱਚੋਂ ਜਾ ਸਕਦਾ ਹੈ ਪੌਣ ਰੂਪ ਹੋ ਕੇ, ਤੇ ਪੌਣ ਦਾ ਰੂਪ ਹੁੰਦੇ ਹੋਇਆ ਜਾਂ ਬਾਹਰਲੀ ਸੁਣ ਦੇ ਵਿੱਚੋਂ ਵੀ ਪ੍ਰਵੇਸ਼ ਕਰ ਸਕਦਾ ਹੈ। ਜੇ ਆ ਇਹ ਪੌਣ ਦਾ ਸਹਾਰਾ ਲੈਂਦੇ ਹੋਇਆਂ ਥੱਲੇ ਜਾਂਦਾ ਹੈ, ਅੰਦਰਲੀ ਸੁਣ ਦੇ ਵਿੱਚੋਂ ਜਾਂਦਾ ਹੈ ਤੇ ਇਹ ਭਵਸਾਗਰ ਦੇ ਵਿੱਚੋਂ ਡਿੱਗਦਾ ਹੈ। ਜੇ ਇਸ ਪੌਣ ਦਾ ਸਹਾਰਾ ਲੈਂਦੇ ਹੋਇਆਂ ਬਾਹਰ ਸਪੇਸ, ਬਾਹਰ ਦੂਜੀ ਸੁਣ ਦੇ ਵਿੱਚ ਜਾਊਗਾ ਤੇ ਗੁਰਮੁਖ ਪਿਆਰਿਓ ਜਾਂ ਮਾਲਿਕ ਦੇ ਦਰ ਤੇ ਜਾਊਗਾ, ਕਿਉਂਕਿ ਪੌਣ ਜਿਹੜੀ ਹੈਗੀ ਆ ਇਹ ਮਾਲਿਕ ਦੇ ਦਰ ਤੋਂ ਸਮਾ ਰਹੀ ਆ ਜਾ ਕੇ। ਇਹ ਚੈੱਕ ਕਰ ਲੈਣਾ ਆਪਾਂ ਨੇ। ਹੁਣ ਆਪਾਂ ਨੂੰ ਭੇਜਦੀ ਆ ਕਿ ਤੁਸੀਂ ਪੌਣ ਦਾ ਸਹਾਰਾ ਲੈਂਦੇ ਹੋਇਆਂ ਜੇ ਭਵਸਾਗਰ ਦੇ ਵਿੱਚੋਂ ਆ ਜਾਂਦੇ ਹੋ ਤੇ ਪੌਣ ਦਾ ਸਹਾਰਾ ਲੈ ਕੇ ਤੁਸੀਂ ਮਾਲਿਕ ਦੇ ਦਸਮ ਦੁਆਰ ਤੇ ਵੀ ਜਾ ਸਕਦੇ ਹੋ। ਇਹ ਪ੍ਰੈਕਟੀਕਲੀ ਦੇਖ ਲਓ। ਇਹ ਪੌਣ ਜਾ ਰਹੀ ਹੈ ਅੰਦਰ, ਮਨ ਪੌਣ ਦੇ ਨਾਲ ਰਲ ਕੇ ਥੱਲੇ ਭਵਸਾਗਰ ਦੇ ਵਿੱਚੋਂ ਘੁੰਮ ਰਿਹਾ ਹੈ। ਤੇ ਮਹਾਰਾਜ ਨੇ ਭੇਜ ਦਿਆ ਕਿ ਪੌਣ ਦੇ ਰਾਹੀਂ ਇੱਕ ਜਹਾਜ਼ ਤਿਆਰ ਕਰੋ ਸ਼ਬਦ ਦਾ। ਜਿਹੜਾ ਸ਼ਬਦ ਦਾ ਜਹਾਜ਼ ਆਪਾਂ ਤਿਆਰ ਕਰਾਂਗੇ, ਮਨ ਬੱਚਾ ਫੁਰਨਿਆਂ ਦੇ ਵਿੱਚੋਂ ਖਿਲਰਿਆ ਹੋਇਆ ਹੈ। ਰਜੋ ਫੁਰਨਿਆਂ ਦੇ ਵਿੱਚ, ਰਜੋ ਗੁਣੀ ਫੁਰਨਿਆਂ ਦੇ ਵਿੱਚ, ਤਮੋ ਗੁਣੀ ਫੁਰਨਿਆਂ ਦੇ ਵਿੱਚ, ਸਦੋ ਗੁਣੀ ਫੁਰਨਿਆਂ ਦੇ ਵਿੱਚ, ਤੇ ਦਸਮ ਦੁਆਰ ਤੋਂ ਬਹੁਤ ਦੂਰ ਗਿਆ ਹੋਇਆ ਹੈ। ਇਹਨੂੰ ਮਾਲਿਕ ਦੇ ਮੁਖ ਦੀ ਆਵਾਜ਼ ਵੀ ਨਹੀਂ ਸੁਣਦੀ ਤੇ ਇਹਨੂੰ ਦਸਮ ਦੁਆਰ ਦਾ ਭੇਦ ਵੀ ਨਹੀਂ ਹੈਗਾ ਕਿ ਦਸਵਾਂ ਦੁਆਰ ਹੈ ਕਿੱਥੇ। ਤੇ ਮਹਾਰਾਜ ਨੇ ਸਾਨੂੰ ਗਿਆਨ ਦਿਆ ਕਿ ਤੁਸੀਂ ਏਦਾਂ ਕਰੋ, ਇਹ ਮਨ ਬੱਚਾ ਜਿਹੜਾ ਵਿਚਾਰਾਂ ਦੇ ਵਿੱਚ ਗਿਆ ਹੋਇਆ ਹੈ, ਇਹਨੂੰ ਇਹ ਸ਼ਬਦ ਦੇ ਵਿੱਚੋਂ ਧਿਆਨ ਰੂਪ ਕਰਕੇ ਬਿਠਾ ਦੋ।
ਜੇ ਆ ਧਿਆਨ ਰੂਪ ਹੋ ਕੇ ਇਹ ਸ਼ਬਦ ਦੇ ਵਿੱਚੋਂ ਬੈਠਣਾ ਸਿੱਖ ਗਿਆ, ਇਹ ਪਾਉਣ ਦਾ ਰੂਪ ਹੋਣਾ ਸਿੱਖ ਗਿਆ, ਤੇ ਜਾਂ ਪਾਉਣ ਦੇ ਰਾਹੀਂ ਰਲ ਕੇ ਬਾਹਰ ਦੂਜੀ ਸੁਣ ਦੇ ਵਿੱਚੋਂ ਪ੍ਰਵੇਸ਼ ਕਰ ਜੂਗਾ, ਤੇ ਆ ਦੇਹੀ ਤੋਂ ਇਹ ਗਿਆਨ ਇੰਦਰੀਆਂ ਤੋਂ ਆਪਣਾ ਇਹ ਜਿਹੜੇ 9 ਦਰ ਹੈ ਇਹਨਾਂ ਤੋਂ ਆਪਣਾ ਸੰਪਰਕ ਤੋੜਦਿਆਂ ਹੋਇਆਂ ਦਸਮ ਦੁਆਰ ਤੇ ਚਲਾ ਜਾਊਗਾ। ਜਿਹੜਾ ਆਪਾਂ ਨੂੰ ਬਾਬਾ ਕਬੀਰ ਜੀ ਫਰਮਾਨ ਕਰਦੇ ਆ ਗੁਰਬਾਣੀ ਗੁਰੂ ਦੇ ਵਿੱਚੋਂ, ਕਿਨੇ ਸੁਣਨੇ ਸੁਣ ਮਿਲਿਆ ਸਮਦਰਸੀ, ਅੰਦਰਲੀ ਸੁਣ ਦੇ ਵਿੱਚੋਂ ਨਿਕਲਦਿਆਂ ਹੋਇਆਂ ਜਦੋਂ ਪਾਉਣ ਰੂਪ ਹੋ ਕੇ ਬਾਹਰਲੀ ਸੁਣ ਦੇ ਵਿੱਚੋਂ ਜਾਊਗਾ, ਕਹਿੰਦੇ ਸੁਣਨੇ ਸੁਣ ਮਿਲਿਆ ਸਮਦਰਸੀ, ਪਾਉਣ ਰੂਪ ਹੋ ਜਾਵੇਂਗੇ ਬਹੁਰ ਹਮ ਕਾਹੇ ਆਵੇਂਗੇ। ਜੇ ਆ ਮਨ ਬੱਚਾ ਪਾਉਣ ਦੇ ਰਾਹੀਂ ਤਿਆਰ ਹੋਏ ਹੋਏ ਸ਼ਬਦ ਦੇ ਵਿੱਚੋਂ ਧਿਆਨ ਰੂਪ ਹੋ ਕੇ ਬਹਿਣਾ ਸਿੱਖ ਗਿਆ, ਤੇ ਗੁਰਮੁਖ ਪਿਆਰਿਓ ਜਿਹੜੀ ਸਵਾਸ ਜਿਹੜੀ ਪਾਉਣ ਹੈਗੀ ਆ, ਜਿਹੜੀ ਸਵਾਸ ਗ੍ਰਾਸ ਵਿਧੀ ਦੇ ਵਿੱਚੋਂ ਚੱਲ ਰਹੀ ਆ, ਇਹ ਇਹਨੂੰ ਸਹਿਜ ਸੁਭਾਈ ਜਹਾਜ਼ ਮਾਲਿਕ ਦੇ ਦਰ ਤੇ ਤਾਰ ਦੂਗਾ। ਕਿਉਂ? ਉਹ ਪਾਉਣ ਜਾ ਕੇ ਸੁਣ ਦੇ ਵਿੱਚੋਂ ਇਹ ਸਾਡੀ ਨੱਕ ਦੀ ਨੋਕ ਦੇ ਅੱਗੇ ਇੱਥੇ ਸਪੇਸ ਦੇ ਵਿੱਚੋਂ ਹੀ ਉਹ ਪਾਉਣ ਸਮਾ ਰਹੀ ਆ। ਹੁਣ ਜਿਹੜੀ ਵਿਚਾਰ ਹੈਗੀ ਆ ਕਿ ਉੱਚੀ ਗੁਰਮੰਤਰ ਕਿਉਂ ਕਰਨਾ ਹੈ। ਗੁਰਮੰਤਰ ਸਹਿਜ ਸੁਭਾਈ ਵੀ ਕਰਿਆ ਜਾ ਸਕਦਾ ਹੈ, ਗੁਰਮੰਤਰ ਬਹੁਤ ਨੋਰਮਲ ਆਵਾਜ਼ ਦੇ ਵਿੱਚੋਂ ਵੀ ਕਰਿਆ ਜਾ ਸਕਦਾ ਹੈ, ਲੇਕਿਨ ਕੁਐਸਚਨ ਬਣਦਾ ਹੈ ਜੀਵ ਦਾ ਕਈ ਵਾਰ ਮਨ ਬੱਚੇ ਦਾ ਕਿ ਵਾਹਿਗੁਰੂ ਗੁਰਮੰਤਰ ਇੰਨੀ ਉੱਚੀ ਆਵਾਜ਼ ਦੇ ਵਿੱਚ ਕਰਨ ਦੀ ਕੀ ਲੋੜ ਹੈ। ਉਹ ਆਪਾਂ ਵਿਚਾਰ ਰਹੇ। ਗੁਰਮੁਖੋ, ਜਿਹੜਾ ਮਨ ਬੱਚਾ ਸੁਖਮ ਫੁਰਨਿਆਂ ਦੇ ਵਿੱਚੋਂ ਗਿਆ ਹੋਇਆ ਹੈ, ਉਹਨੂੰ ਸੁਖਮ ਫੁਰਨਿਆਂ ਨੂੰ ਉਹ ਰੋਕ ਨਹੀਂ ਸਕਦਾ। ਕਿੱਦਾਂ ਰੋਕ ਸਕਦਾ ਹੈ? ਕਿੱਦਾਂ ਉਸ ਵਿਚਾਰਾਂ ਨੂੰ ਉਹ ਮਾਰ ਸਕਦਾ ਹੈ? ਕਿੱਦਾਂ ਉਸ ਵਿਚਾਰਾਂ ਦੇ ਇਲਾਕੇ ਤੋਂ ਬਾਹਰ ਨਿਕਲ ਸਕਦਾ ਹੈ? ਇਹ ਆਪਾਂ ਨੂੰ ਬੜੀ ਸਰਲ ਤੇ ਬੜੀ ਹੀ ਸੌਖੀ ਵਿਧੀ ਮਹਾਰਾਜ ਨੇ ਗੁਰਬਾਣੀ ਗੁਰੂ ਦੇ ਵਿੱਚੋਂ ਦੀ ਆ। ਮਹਾਰਾਜ ਫਰਮਾਨ ਕਰਦੇ, ਧੁਨ ਮੈਂ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਤ ਕਹਾਣੀ। ਕਹਿੰਦੇ ਜਿਹੜਾ ਮਨ ਬੱਚਾ ਧੁਨ ਦੇ ਵਿੱਚ ਧਿਆਨ ਧਰੂਗਾ, ਆਪ ਹੀ ਧਿਆਨ ਰੂਪ ਹੁੰਦਿਆਂ ਹੋਇਆਂ ਇਹ ਧੁਨ ਦੇ ਵਿੱਚ ਬੈਠੂਗਾ। ਜਿਹੜਾ ਸ਼ਬਦ ਆਪਾਂ ਦ੍ਰਿੜ ਕਰਦੇ ਆ ਵਾਹਿਗੁਰੂ ਗੁਰਮੰਤਰ, ਆਪਾਂ ਬੋਲਦੇ ਆ ਜਦੋਂ ਸਵਾਸ ਅੰਦਰ ਨੂੰ ਜਾਂਦੀ ਆ, ਆਪਾਂ ਬੋਲਦੇ ਵਾਹ ਗੁਰੂ ਵਾਹ ਗੁਰੂ। ਇਹ ਵਾਹਿਗੁਰੂ ਗੁਰਮੰਤਰ ਜਿਹਨੂੰ ਆਪਾਂ ਧੁਨ ਦੇ ਵਿੱਚ ਧਿਆਨ ਧਰਦੇ ਹੋਇਆਂ ਦ੍ਰਿੜ ਕਰਨਾ ਹੈ। ਇਹ ਕੀ ਹੁੰਦਾ ਹੈ ਗੁਰਮੁਖ ਪਿਆਰਿਓ? ਜਾਂ ਪਾਉਣ ਦੇ ਰਾਹੀਂ ਸ਼ਬਦ ਤਿਆਰ ਹੋ ਰਿਹਾ ਹੈ, ਔਰ ਮਨ ਬੱਚੇ ਨੂੰ ਇਹ ਜਿਹੜੇ ਫੁਰਨੇ ਹੈ, ਵਿਚਾਰ ਹੈ, ਕਾਲ ਦੀ ਪਾਵਰ ਹੈ, ਜਿਨ੍ਹਾਂ ਦੇ ਵਿੱਚੋਂ ਮਨ ਬੱਚਾ ਇੰਨੇ ਲੰਬੇ ਚਿਰ ਤੋਂ ਖੇਡ ਰਿਹਾ ਹੈ, ਉਹ ਲਗਾਤਾਰ ਇੱਕ ਥਾਂ ਤੋਂ ਬੈਠਣ ਨਹੀਂ ਦਿੰਦੇ। ਫੁਰਨੇ ਵਾਰੀ ਵਾਰੀ ਸਿਰ ਇਹ ਪੰਜ ਮਹਾਬਲੀ ਇਹ ਮਨ ਬੱਚੇ ਨੂੰ ਡਿਗਾਉਣ ਦੀ ਕੋਸ਼ਿਸ਼ ਕਰਦੇ ਹਨ, ਤੇ ਮਨ ਬੱਚੇ ਨੂੰ ਭੇਦ ਦਿਆ ਮਹਾਰਾਜ ਨੇ ਕਿ ਤੂੰ ਧੁਨ ਦੇ ਵਿੱਚ ਧਿਆਨ ਧਰਨਾ ਹੈ, ਆਪਣੇ ਮੁਖ ਦੀ ਆਵਾਜ਼ ਨੂੰ ਫੜਨਾ ਹੈ, ਇਹ ਧੁਨ ਨੂੰ ਫੜਨਾ ਹੈ। ਜਿੱਦਾਂ ਤੂੰ ਇਹ ਧੁਨ ਨੂੰ ਫੜਨ ਦੀ ਕੋਸ਼ਿਸ਼ ਕਰੇਗਾ ਤੇ ਵਿੱਚ ਫੁਰਨਾ ਆਊਗਾ ਤੇ ਆਵਾਜ਼ ਸਹਿਜ ਸੁਭਾਈ ਉੱਚੀ ਹੋਊਗੀ। ਤੈਨੂੰ ਕਰਨ ਦੀ ਜ਼ਰੂਰਤ ਨਹੀਂ, ਤੈਨੂੰ ਆਵਾਜ਼ ਆਪ ਮੁਖ ਤੇ ਉੱਚੀ ਕਰਨ ਦੀ ਜ਼ਰੂਰਤ ਨਹੀਂ। ਮਹਾਰਾਜ ਨੇ ਇਹ ਮਨ ਬੱਚੇ ਨੂੰ ਸਿਰਫ ਇਤਨਾ ਹੁਕਮ ਕੀਤਾ ਹੈ ਕਿ ਤੂੰ ਸਿਰਫ ਆਵਾਜ਼ ਨੂੰ, ਮੁਖ ਦੀ ਆਵਾਜ਼ ਨੂੰ ਸੁਣਨਾ ਹੈ। ਸੁਣਨ ਤੋਂ ਭਾਵ ਹੈ ਕਿ ਧਿਆਨ ਦੇਣਾ ਹੈ ਆਪਣੀ ਆਵਾਜ਼ ਦੇ ਵਿੱਚੋਂ। ਧੁਨ ਮੈਂ ਧਿਆਨ, ਧੁਨ ਮੈਂ ਧਿਆਨ, ਧੁਨ ਦੇ ਵਿੱਚ ਧਿਆਨ ਦੇਣਾ ਹੈ। ਮਨ ਬੱਚੇ ਦੀ ਹੀ ਅਵਸਥਾ ਹੁੰਦੀ ਹੈ ਧਿਆਨ, ਕਿ ਜੇ ਤੂੰ ਧੁਨ ਦੇ ਵਿੱਚ ਧਿਆਨ ਦੇਗਾ ਤੇ ਤੂੰ ਇਹ ਹਟਾਵਾਂ ਤੋਂ ਸਹਿਜ ਸੁਭਾਈ ਬਾਹਰ ਨਿਕਲ ਆਏਗਾ, ਕਿਉਂਕਿ ਤੂੰ ਧਿਆਨ ਰੂਪ ਹੋ ਕੇ ਖਿਲ ਰਿਹਾ ਹੋਇਆ ਹੈ ਫੁਰਨਿਆਂ ਦੇ ਵਿੱਚੋਂ। ਜਦੋਂ ਇਹ ਫੁਰਨੇ ਤੈਨੂੰ ਧਿਆਨ ਰੂਪ ਹੋ ਕੇ ਧੁਨ ਦੇ ਵਿੱਚ ਬੈਠਣ ਨਹੀਂ ਦੇਂਗੇ ਤੇ ਆਤਮਾ ਇਹ ਜਿਹੜੀ ਤੇਰੀ ਗੁਰਮੰਤਰ ਦੀ ਆਵਾਜ਼ ਹੈ ਜਾਂ ਸਹਿਜ ਸੁਭਾਈ बढ़ा ਦੂਗੇ। ਆਪਾਂ ਪ੍ਰੈਕਟੀਕਲੀ ਚੈੱਕ ਕਰਾਂਗੇ ਇਹਨੂੰ। ਸਾਨੇ ਆਪਣੇ ਮੁਖ ਦੀ ਆਵਾਜ਼ ਨੂੰ ਸੁਣਨ ਦਾ ਖਿਆਲ ਰੱਖਣਾ ਹੈ। ਜੇ ਵਿੱਚ ਫੁਰਨਾ ਆਂਦਾ ਹੈ ਤੇ ਆਵਾਜ਼ ਆਪ ਉੱਚੀ ਹੋਊਗੀ, ਅਸੀਂ ਕਰਾਂਗੇ ਨਹੀਂ।
ਕਿਉਂ? ਜਿੱਦਾਂ ਆਪਾਂ ਦ੍ਰਿਸ਼ਟਮਾਨ ਦੀ ਉਦਾਹਰਣ ਦਿੰਦੇ ਹਾਂ ਗੁਰਮੁਖ ਪਿਆਰਿਓ, ਦੋ ਦ੍ਰਿਸ਼ਟਮਾਨ ਰੂਪ ਦੇ ਵਿੱਚੋਂ ਦੋ ਜੀਵ ਆਪਸ ਦੇ ਵਿੱਚੋਂ ਵਿਚਾਰ ਕਰ ਰਹੇ ਹੋ ਤੇ ਇੱਕ ਉਹਨਾਂ ਦੇ ਵਿੱਚ ਕਰਨਾ ਸ਼ੁਰੂ ਕਰ ਦੇਵੇ, ਤੇ ਜੇ ਉਹਨਾਂ ਨੂੰ ਆਪਸ ਦੀ ਵਿਚਾਰ ਸੁਣਨ ਨਹੀਂ ਦਿੰਦਾ ਉਹ, ਤੇ ਉਹ ਆਪ ਸਹਿਜ ਸੁਭਾਈ ਆਪਣੀ ਆਵਾਜ਼ ਉੱਚੀ ਕਰਕੇ ਇੱਕ ਦੂਜੇ ਦੇ ਨਾਲ ਬਾਤ ਕਰਨੀ ਸ਼ੁਰੂ ਕਰ ਦੇਣਗੇ। ਜੇ ਆਪਾਂ ਨੇ ਅਗਲੇ ਨੂੰ ਆਪਣੀ ਬਾਤ ਸੁਣਾਣੀ ਹੈ, ਵਿੱਚ ਕੋਈ ਵਿੱਚ ਬਾਤ ਹੀ ਕਰੀ ਜਾਂਦਾ, ਵਾਰ-ਵਾਰ ਵਿਚਾਰ ਕਰੀ ਜਾਂਦਾ। ਜੇ ਸਾਨੇ ਅਗਲੇ ਨੂੰ ਆਪਣੀ ਵਿਚਾਰ ਦੱਸਣੀ ਆ, ਜਿਹੜੀ ਤੀਜਾ ਹੈ ਕੋਈ ਜੀਵ, ਤੇ ਸਹਿਜ ਸੁਭਾਈ ਅਸੀਂ ਉਹਨੂੰ ਉੱਚੀ ਆਵਾਜ਼ ਦੇ ਵਿੱਚੋਂ ਬੋਲਾਂਗੇ, ਕਿਉਂਕਿ ਉਹ ਵਿੱਚ ਵਾਲਾ ਸਾਡੀ ਆਵਾਜ਼ ਨਹੀਂ ਸੁਣਨ ਦੇ ਰਿਹਾ ਉਹਨੂੰ। ਇਸੀ ਤਰੀਕੇ ਨਾਲ ਜਦੋਂ ਮਨ ਬੱਚਾ ਇਹ ਵਾਹਿਗੁਰੂ ਗੁਰਮੰਤਰ ਦੀ ਧੁਨ ਨੂੰ ਸੁਣਨ ਦੀ ਕੋਸ਼ਿਸ਼ ਕਰਦਾ ਹੈ, ਵਿੱਚ ਫੁਰਨੇ ਸੁਣਨ ਨਹੀਂ ਦਿੰਦੇ, ਤੇ ਸਹਿਜ ਸੁਭਾਈ ਹੀ ਆਵਾਜ਼ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਆ। ਇਹ ਨੋਰਮਲ ਪ੍ਰੈਕਟੀਕਲ ਦੇ ਰਾਹੀਂ ਆਪਾਂ ਨੂੰ ਸਮਝ ਆ ਜਾਊਗਾ। ਜਿੱਦਾਂ ਜਿੱਦਾਂ ਵਿੱਚ ਫੁਰਨੇ ਵੜਦੇ ਹੈ, ਜਿਹਨੂੰ ਕਹਿੰਦੇ ਹੈ ਕਾਲ ਦੇ ਨਾਲ ਯੁੱਧ, ਜਿਹੜਾ ਬਾਬਾ ਕਬੀਰ ਜੀ ਆਪਾਂ ਨੂੰ ਦੱਸ ਰਹੇ, ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਾਹੂ ਨਾ ਛੋੜੈ ਖੇਤ। ਉਹ ਭੇਦ ਦੇ ਰਹੇ ਕਿ ਉਹ ਸੂਰਮਾ ਤੇ ਵਿਰਲਾ ਹੋਊਗਾ ਸੰਸਾਰ ਦੇ ਵਿੱਚੋਂ। ਇਹ ਅੰਦਰਲੇ ਸੰਸਾਰ ਦੀ ਵਿਚਾਰ ਦੱਸ ਰਹੇ ਆਪਾਂ ਨੂੰ, ਜਿਹੜਾ ਆਪਣੇ ਅੰਦਰ ਸੰਸਾਰ ਹੈ, ਜਿਹੜਾ ਭਵਸਾਗਰ ਹੈ, ਜਿਹੜਾ ਜਗਤ ਹੈ, ਸੰਸਾਰ ਸਮੁੰਦਰ ਜਿਹਨੂੰ ਕਿਹਾ ਗਿਆ ਹੈ, ਜਿਹਨੂੰ ਕਾਲ ਦੀ ਸਰਕਾਰ ਕਿਹਾ ਗਿਆ ਹੈ, ਇਹਦੇ ਵਿੱਚੋਂ ਉਹ ਜੀਵ, ਉਹ ਜੀਵਾਤਮਾ, ਉਹ ਮਨ ਬੱਚਾ ਵਿਰਲਾ ਤੇ ਸੂਰਮਾ ਹੋਊਗਾ, ਜਿਹੜਾ ਇਹ ਫੁਰਨਿਆਂ ਦੇ ਨਾਲ, ਇਹ ਕਾਲ ਦੀ ਪਾਵਰ ਦੇ ਨਾਲ, ਪੰਜ ਮਹਾਬਲੀਆਂ ਦੇ ਨਾਲ ਸੁਖਮ ਰੂਪ ਦੇ ਅੰਦਰ ਇਹ ਜਿਹੜਾ ਰਣ ਹੈ ਅੰਦਰ, ਇਹਦੇ ਵਿੱਚੋਂ ਗੁਰਮੰਤਰ ਦੇ ਰਾਹੀਂ, ਸ਼ਬਦ ਦੇ ਰਾਹੀਂ ਯੁੱਧ ਕਰੂਗਾ। ਕਿੰਨੇ ਸੂਰਾ ਸੋ ਪਹਿਚਾਨੀ ਹੈ, ਕਿੰਨੇ ਸੂਰਮੇ ਦੀ ਪਹਿਚਾਨ ਹੈ, ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਾਹੂ ਨਾ ਛੋੜੈ ਖੇਤ। ਕਹਿੰਦੇ ਖੇਤ ਇਹ ਦੇਹੀ ਨੂੰ ਕਿਹਾ ਗਿਆ ਹੈ। ਇਹਦੇ ਵਿੱਚੋਂ ਜਿਹੜਾ ਮਨ ਬੱਚਾ ਸ਼ਬਦ ਦੇ ਰਾਹੀਂ ਯੁੱਧ ਕਰੂਗਾ, ਇਹ ਵਿਕਾਰਾਂ ਦੇ ਪੰਜਾਂ ਤੋਂ, ਇਹਨਾਂ ਤੋਂ, ਮਹਾਬਲੀਆਂ ਤੋਂ ਯੁੱਧ ਕਰੂਗਾ। ਤੇ ਅੱਗੇ ਭੇਜ ਦੇ ਰਹੇ ਕਿ ਜਿੱਦਾਂ ਜਿੱਦਾਂ ਇਹ ਇਹਨਾਂ ਤੋਂ ਯੁੱਧ ਕਰਦਾ ਜਾਊਗਾ, ਕਾਲ ਦੇ ਨਾਲ ਜਦੋਂ ਯੁੱਧ ਹੋਊਗਾ, ਤੇ ਆਵਾਜ਼ ਸਹਿਜ ਸੁਭਾਈ ਸ਼ਬਦ ਦੀ ਉੱਚੀ ਹੁੰਦੀ ਚਲੀ ਜਾਊਗੀ। ਜਿੱਦਾਂ ਜਿੱਦਾਂ ਆਪ ਮਨ ਬੱਚਾ, ਜਿਹੜਾ ਅੰਦਰ ਰਣ ਹੈ, ਜਿਹੜਾ ਇੱਕ ਮੈਦਾਨ ਹੈ, ਜਿਹੜੀ ਇੱਕ ਅੰਦਰ ਮਨ ਬੱਚੇ ਦੀ ਜੰਗ ਹੁੰਦੀ ਆ, ਯੁੱਧ ਹੁੰਦਾ ਹੈ, ਇਹ ਕਾਲ ਦੇ ਨਾਲ, ਇਹ ਵਿਕਾਰਾਂ ਦੇ ਨਾਲ, ਫੁਰਨਿਆਂ ਦੇ ਨਾਲ। ਤੇ ਜਿੱਦਾਂ ਜਿੱਦਾਂ ਮਨ ਬੱਚਾ ਫਤਿਹ ਹਾਸਿਲ ਕਰਦੇ ਹੋਇਆ ਇਹ ਹੱਟੀਆਂ ਨੂੰ ਪਾਰ ਕਰੂਗਾ, ਰਜੋ ਨੂੰ, ਤਮੋ ਨੂੰ, ਸਤੋ ਨੂੰ, ਜਿਹੜੀ ਆਪਾਂ ਨੇ ਹੁਣੀ ਵਿਚਾਰ ਦੱਸੀ ਆ ਕਿ ਅੰਦਰਲੀ ਸੁਣ ਦੇ ਵਿੱਚੋਂ ਜਿਹੜੀਆਂ ਹਟਾਵਾਂ ਹੈ, ਇਹਨਾਂ ਤੋਂ ਜਦੋਂ ਪਾਰ ਕਰੂਗਾ ਇਹਨਾਂ ਨੂੰ, ਤੇ ਸਹਿਜ ਸੁਭਾਈ ਹੀ ਰਣ ਦੇ ਵਿੱਚੋਂ ਜਦੋਂ ਇਹਨਾਂ ਦੀ ਹਾਰ ਹੋਣੀ ਸ਼ੁਰੂ ਹੋ ਜਾਂਦੀ ਹੈ, ਮਨ ਬੱਚੇ ਦੀ ਫਤਿਹ ਹੋਣੀ ਸ਼ੁਰੂ ਹੋ ਜਾਂਦੀ ਆ, ਤੇ ਸਹਿਜ ਸੁਭਾਈ ਹੀ ਆਵਾਜ਼, ਮਧਮਾ ਆਵਾਜ਼ ਦੇ ਵਿੱਚੋਂ ਹੌਲੀ ਹੌਲੀ ਫਿਰ ਅੰਤਰਗਤ ਅਵਸਥਾ ਦੇ ਵਿੱਚੋਂ ਮਨ ਬੱਚਾ ਸੁਣ ਦੇ ਵਿੱਚੋਂ ਚਲਾ ਜਾਂਦਾ ਹੈ। ਇਹ ਆਪਾਂ ਵਿਚਾਰਦੇ ਆ ਨਾ ਕਿ 3 ਪੁਆਇੰਟਾਂ ਤੋਂ ਆਪਾਂ ਨੂੰ ਸਿਮਰਨ ਅਭਿਆਸ ਕਰਾਇਆ ਜਾਂਦਾ ਹੈ, ਉੱਚੀ ਆਵਾਜ਼ ਦੇ ਵਿੱਚੋਂ, ਮਧਮਾ ਦੇ ਵਿੱਚੋਂ, ਤੇ ਲਾਸਟ ਦੇ ਵਿੱਚੋਂ ਅੰਤਰਗਤ। ਤੇ ਇਹਦੇ ਪਿੱਛੇ ਇੱਕ ਸੂਖਮ ਵਿਧੀ ਲੱਗਦੀ ਆ। ਇਹ ਤਾਂ ਆਪਾਂ ਨੂੰ ਸਮਝਾਉਣ ਵਾਸਤੇ ਭੇਦ ਦਿੱਤਾ ਹੋਇਆ ਕਿ ਤੁਸੀਂ ਉੱਚੀ ਸਿਮਰਨ ਕਰੋ, ਤੇ ਫਿਰ ਮਧਮਾ ਆਵਾਜ਼ ਦੇ ਵਿੱਚੋਂ ਕਰੋ, ਤੇ ਫਿਰ ਅੰਤਰਗਤ ਹੋ ਜਾਓ। ਲੇਕਿਨ ਜਿਹੜੀ ਇਹਦੀ ਗੁਰਮੰਤਰ ਦੀ ਡੂੰਘਾਈ ਆ, ਉਹਦੇ ਵਿੱਚੋਂ ਹੁੰਦਾ ਹੈ ਕਿ ਤੁਸੀਂ ਸਿਰਫ ਧੁਨ ਦੇ ਵਿੱਚ ਧਿਆਨ ਧਰਨਾ ਸ਼ੁਰੂ ਕਰੋ। ਜੇ ਕਾਲ ਤੁਹਾਨੂੰ ਹਰਾਉਣ ਦੀ ਕੋਸ਼ਿਸ਼ ਕਰੂਗਾ, ਕਾਲ ਤੁਹਾਨੂੰ ਦਸਮ ਦੁਆਰ ਤੇ ਜਾਣ ਨਹੀਂ ਦਊਗਾ, ਤੇ ਤੁਹਾਡਾ ਤੇ ਕਾਲ ਦਾ ਯੁੱਧ ਹੋਊਗਾ। ਜਦੋਂ ਤੁਹਾਡਾ ਤੇ ਕਾਲ ਦਾ ਯੁੱਧ ਹੋਊਗਾ, ਤੇ ਆਪ ਆਵਾਜ਼ ਗੁਰਮੰਤਰ ਦੀ ਜਿਹੜੀ ਹੈਗੀ ਆ ਉਹ ਉੱਚੀ ਹੋਊਗੀ, ਜਿਹੜਾ ਆਪਾਂ ਰੋਜ਼ ਕਲਾਸ ਦੇ ਵਿੱਚੋਂ ਕਾਲ ਦੇ ਨਾਲ ਯੁੱਧ ਕਰਾਨੇ ਆ। ਉਹ ਆਪਾਂ ਫੁਰਨਿਆਂ ਦੇ ਸਾਥ, ਕਾਲ ਦੀ ਪਾਵਰ ਦੇ ਸਾਥ ਆਪਾਂ ਯੁੱਧ ਕਰਨਾ ਸਿਖਾਉਂਦੇ ਸੰਗਤ ਨੂੰ, ਵੀ ਕਿੱਦਾਂ ਕਾਲ ਦੇ ਨਾਲ ਯੁੱਧ ਕਰਨਾ ਹੈ। ਉਹਦੇ ਵਿੱਚੋਂ ਆਪ ਆਵਾਜ਼ ਸਹਿਜ ਸੁਭਾਈ ਉੱਚੀ ਹੁੰਦੀ ਆ, ਆਵਾਜ਼ ਉੱਚੀ ਕਰਨ ਦੀ ਲੋੜ ਨਹੀਂ ਹੁੰਦੀ। ਇਹ ਫੁਰਨਾ ਲੈਣ ਦੀ ਲੋੜ ਨਹੀਂ ਕਿ ਮੈਂ ਹੁਣ ਉੱਚੀ ਸਿਮਰਨ ਕਰਨਾ ਹੈ, ਨੋ। ਉਹ ਤਾਂ ਉਸ ਗੁਰਮੰਤਰ ਦੀ ਡੂੰਘਾਈ ਹੈ। ਪੁਆਇੰਟ ਦੱਸੇ ਸਾਨੂੰ ਕਿ ਇਹ 3 ਅਵਸਥਾ ਦੇ ਵਿੱਚੋਂ ਸਿਮਰਨ ਹੁੰਦਾ ਹੈ।
ਲੇਕਿਨ ਹੋ ਸਹਿਜ ਸੁਭਾਈ ਹੀ ਜਾਂਦਾ ਹੈ, ਉਹਨੂੰ ਕਰਨ ਦੀ ਲੋੜ ਨਹੀਂ ਪੈਂਦੀ। ਉਹ ਆਪ ਸਹਿਜ ਸੁਭਾਈ ਜਦੋਂ ਫੁਰਨੇ ਵਧेंगे, ਮਨ ਬੱਚਾ ਧੁਨ ਨੂੰ ਫੜਨ ਦੀ ਕੋਸ਼ਿਸ਼ ਕਰੂਗਾ, ਆਵਾਜ਼ ਸਹਿਜ ਸੁਭਾਈ ਉੱਚੀ ਹੋਊਗੀ। ਜਦੋਂ ਫੁਰਨੇ ਘਟਨੇ ਸ਼ੁਰੂ ਹੋਣਗੇ, ਮਨ ਬੱਚਾ ਸਹਿਜ ਸੁਭਾਈ ਮਧਮ ਆਵਾਜ਼ ਦੇ ਵਿੱਚੋਂ ਆ ਜਾਊਗਾ। ਧੀਰੇ ਧੀਰੇ ਉਹਦਾ ਟਿਕਾਵ ਧੁਨ ਦੇ ਵਿੱਚ ਬਣਨਾ ਸ਼ੁਰੂ ਹੋ ਜਾਊਗਾ। ਜਿੱਦਾਂ ਜਿੱਦਾਂ ਫੁਰਨੇ ਡੈਡ ਹੁੰਦੇ ਜਾਏंगे, ਮਨ ਬੱਚਾ ਫੁਰਨਿਆਂ ਤੋਂ ਰਹਿਤ ਹੁੰਦਾ ਜਾਊਗਾ। ਇਹ ਰਜੋ ਤਮੋ ਸਤੋ ਦੀਆਂ ਹਟਾਵਾਂ ਤੋਂ ਮਨ ਬੱਚਾ ਉੱਪਰ ਜਾਊਗਾ। ਸਹਿਜ ਸੁਭਾਈ ਹੀ ਮਨ ਬੱਚਾ ਸੁਨ ਦੇ ਵਿੱਚ ਪ੍ਰਵੇਸ਼ ਕਰ ਜਾਊਗਾ, ਪੌਣ ਦੇ ਨਾਲ ਰਲ ਕੇ। ਜਿੱਦਾਂ ਪੌਣ ਦੇ ਨਾਲ ਰਲ ਕੇ ਉਹ ਦੂਜੀ ਸੁਨ ਦੇ ਵਿੱਚੋਂ ਮਾਲਿਕ ਦੇ ਦਰ ਤੋਂ ਸਹਿਜ ਗੁਫਾ ਦੇ ਵਿੱਚੋਂ ਪ੍ਰਵੇਸ਼ ਕਰੂਗਾ। ਗੁਰਮੁਖ ਪਿਆਰਿਓ, ਉਹ ਮਾਲਿਕ ਦੇ ਦਸਮ ਦੁਆਰ ਤੇ ਜਾਊਗਾ। ਉਹ ਹੈ ਮਾਲਿਕ ਦਾ ਦਰ, ਜਿਹੜਾ ਮਹਾਰਾਜ ਆਪਾਂ ਨੂੰ ਫਰਮਾਨ ਕਰਦੇ ਆ ਗੁਰਬਾਣੀ ਗੁਰੂ ਦੇ ਵਿੱਚੋਂ, ਪੌਣ ਪਾਣੀ ਅਗਨ ਵਿਸਰਾਓ। ਪੌਣ ਪਾਣੀ ਅਗਨ ਵਿਸਰਾਓ ਤੇ ਭਾਵ ਹੈਗਾ ਕਿ ਰਜੋ ਗੁਣੀ ਹਟ ਨੂੰ ਵਿਸਾਰੋ, ਤਮੋ ਗੁਣੀ ਹਟ ਨੂੰ ਵਿਸਾਰੋ, ਸਦੋ ਗੁਣੀ ਹਟ ਨੂੰ ਵੀ ਵਿਸਾਰ ਦੋ। ਇਹ ਤਤਵਾਂ ਤੋਂ ਹੀ ਉਹ ਸੁਖਮ ਅੰਦਰ ਜਿਹੜੀਆਂ ਹਟਾਵਾਂ ਹੈ ਉਹ ਤਿਆਰ ਹੋਈਆਂ ਹੈ। ਜਿਹੜਾ ਆਪਾਂ ਸ਼ੁਰੂ ਦੇ ਵਿੱਚੋਂ ਵਿਚਾਰ ਰਹੇ ਥੇ, ਉਹ ਜਿਹੜੀ ਕਾਲ ਦੀ ਪਾਵਰ ਹੈਗੀ ਆ, ਜਿਹੜੀ ਮਾਇਆ ਹੈਗੀ ਆ, ਜਿਹਦੇ ਗਰਭ ਦੇ ਵਿੱਚੋਂ ਮਨ ਬੱਚਾ ਗਿਆ ਹੋਇਆ ਹੈ। ਜਦੋਂ ਮਨ ਬੱਚਾ ਸ਼ਬਦ ਦਾ ਆਸਰਾ ਲੈਂਦਿਆਂ ਹੋਇਆਂ, ਧੁਨ ਦੇ ਵਿੱਚ ਧਿਆਨ ਧਰਦਿਆਂ ਹੋਇਆਂ ਗੁਰਮੰਤਰ ਦ੍ਰਿੜ ਕਰਦਾ ਹੈ, ਅੰਦਰ ਵਾਲੀ ਸੁਨ ਦੇ ਵਿੱਚੋਂ ਸ਼ਬਦ ਦੇ ਰਾਹੀਂ ਬ੍ਰਹਮ ਅਗਨੀ ਪ੍ਰਗਟ ਹੋ ਜਾਂਦੀ ਆ। ਉਸ ਬ੍ਰਹਮ ਅਗਨੀ ਦੇ ਪ੍ਰਗਟ ਹੋਣ ਤੋਂ ਹੀ ਮਨ ਬੱਚੇ ਦਾ ਜਨਮ ਮਾਇਆ ਦੇ ਗਰਭ ਤੋਂ ਮਾਲਿਕ ਦੇ ਦਰ ਤੇ ਜਾ ਕੇ ਹੁੰਦਾ ਹੈ। ਠੀਕ ਹੈ ਜੀ। ਤੇ ਇਸ ਕਰਕੇ ਆਹ ਵਿਚਾਰ ਥੀ ਕਿ ਆਪਾਂ ਨੇ ਉੱਚੀ ਗੁਰਮੰਤਰ ਕਿਉਂ ਕਰਨਾ ਹੈ। ਕਈ ਵਾਰ ਪ੍ਰੈਕਟੀਕਲ ਨਾ ਹੁੰਦਿਆਂ ਹੋਇਆਂ ਮਨ ਬੱਚੇ ਦਾ ਫੁਰਨਾ ਬਣ ਜਾਂਦਾ ਹੈ ਕਿ ਅਸੀਂ ਉੱਚੀ ਕਿਉਂ ਕਰਨਾ ਹੈ। ਤੇ ਆਪਾਂ ਨੇ ਪ੍ਰੈਕਟੀਕਲ ਦੇ ਰਾਹੀਂ, ਗੁਰਬਾਣੀ ਗੁਰੂ ਦੇ ਰਾਹੀਂ, ਗੁਰਮਤ ਨੂੰ ਪੁੱਛਦੇ ਹੋਇਆਂ, ਗੁਰਬਾਣੀ ਗੁਰੂ ਨੂੰ ਪੁੱਛਦੇ ਹੋਇਆਂ, ਮਹਾਰਾਜ ਨੂੰ ਪੁੱਛਦੇ ਹੋਇਆਂ ਤੇ ਬਾਣੀ ਨੂੰ ਵਿਚਾਰਦੇ ਹੋਇਆਂ ਭੇਦ ਲੈਣਾ ਹੈ ਕਿ ਉੱਚੀ ਗੁਰਮੰਤਰ ਕੀ ਆਪਾਂ ਆਵਾਜ਼ ਉੱਚੀ ਕਰਦੇ ਆ ਜਾਂ ਆਵਾਜ਼ ਉੱਚੀ ਹੋ ਜਾਂਦੀ ਆ, ਜਾਂ ਆਵਾਜ਼ ਆਪਾਂ ਮਧਮਾ ਦੇ ਵਿੱਚੋਂ ਕਰਦੇ ਹਾਂ ਜਾਂ ਆਵਾਜ਼ ਮਧਮਾ ਆਵਾਜ਼ ਦੇ ਵਿੱਚੋਂ ਹੋ ਜਾਂਦੀ ਆ। ਇਹ ਸਾਰੀ ਖੇਡ ਹੈ ਫੁਰਨਿਆਂ ਦੀ। ਜੇ ਫੁਰਨੇ ਘਟेंगे ਤੇ ਆਵਾਜ਼ ਸਹਿਜ ਸੁਭਾਈ ਹੀ ਮਨ ਬੱਚੇ ਦੀ ਆਵਾਜ਼ ਸਹਿਜ ਦੇ ਵਿੱਚੋਂ ਹੋ ਜਾਊਗੀ। ਜੇ ਫੁਰਨੇ ਕੰਮ ਹੁੰਦੇ ਜਾਏंगे, ਸਹਿਜ ਸੁਭਾਈ ਹੀ ਮਨ ਬੱਚਾ ਸੁਨ ਦੇ ਵਿੱਚੋਂ ਪੌਣ ਦੇ ਨਾਲ ਰਲ ਕੇ ਪ੍ਰਵੇਸ਼ ਕਰ ਜੂਗਾ। ਠੀਕ ਹੈ ਜੀ। ਤੇ ਇਹ ਜਿਹੜਾ ਸਾਨੂੰ ਸਿਮਰਨ ਅਭਿਆਸ ਕਰਾਇਆ ਜਾਂਦਾ ਹੈ, ਉੱਚੀ ਆਵਾਜ਼ ਦੇ ਵਿੱਚੋਂ, ਮਧਮ ਆਵਾਜ਼ ਦੇ ਵਿੱਚੋਂ, ਲਾਸਟ ਦੇ ਵਿੱਚੋਂ ਸਾਨੂੰ ਅੰਤਰਗਤ ਬਿਠਾਇਆ ਜਾਂਦਾ ਹੈ ਕਿ ਸਵਾਸ ਦੇ ਰਾਹੀਂ ਅੰਦਰ ਸਵਾਸ ਜਦੋਂ ਜਾਂਦੀ ਆ ਮਹਿਸੂਸ ਕਰਨਾ ਵਾਹੇ, ਤੇ ਜਦੋਂ ਸਵਾਸ ਬਾਹਰਲੀ ਸੁਨ ਦੇ ਵਿੱਚੋਂ ਜਾਂਦੀ ਆ, ਗਗਨ ਨੂੰ ਜਾਂਦੀ ਆ, ਤੇ ਆਪਾਂ ਨੇ ਮਹਿਸੂਸ ਕਰਨਾ ਗੁਰੂ। ਕਿਉਂ? ਕਿਉਂਕਿ ਉਸ ਸਮੇਂ ਮਨ ਬੱਚਾ ਫੁਰਨਿਆਂ ਤੋਂ ਰਹਿਤ ਹੁੰਦਾ ਹੈ। ਹੌਲੀ ਹੌਲੀ ਫੁਰਨਿਆਂ ਤੋਂ ਰਹਿਤ ਹੁੰਦਿਆਂ ਹੋਇਆਂ, ਪੌਣ ਰੂਪ ਹੁੰਦਿਆਂ ਹੋਇਆਂ, 9 ਦਰਾਂ ਨੂੰ ਠਾਕ ਕੇ ਮਨ ਬੱਚਾ ਦਸਮ ਦੁਆਰ ਤੋਂ ਜਾ ਕੇ ਆਸਨ ਬੰਧ ਲੈਂਦਾ ਹੈ। ਜਿਹੜਾ ਮਹਾਰਾਜ ਫਰਮਾਨ ਕਰਦੇ, ਸਹਿਜ ਗੁਫਾ ਮੈਂ ਆਸਨ ਬਾਂਧਿਆ। ਕਿੰਨੇ ਵੀ ਸਹਿਜ ਗੁਫਾ ਤੋਂ ਜਾ ਕੇ ਆਹ ਸੁਰਤੀ, ਆਹ ਮਨ ਬੱਚਾ ਆਸਨ ਬੰਧ ਲੈਂਦਾ ਹੈ। ਉੱਥੇ ਬਹਿ ਕੇ, ਉਸ ਗੁਫਾ ਦੇ ਵਿੱਚ ਬਹਿ ਕੇ, ਇਹ ਵਿਕਾਰਾਂ ਤੋਂ ਰਹਿਤ ਹੁੰਦੇ ਹੋਇਆਂ ਇਹ ਮਨ ਬੱਚੇ ਨੇ ਮਾਲਿਕ ਦੀ ਭਗਤੀ ਕਰਨੀ ਆ। ਉਹ ਹੈ ਭਗਤੀ ਕਰਨ ਦਾ ਦਰ, ਉਹ ਹੈ ਇਹਦਾ ਥਾਨ। ਜਿਹੜਾ ਆਪਾਂ ਵਿਚਾਰਦੇ ਹਾਂ ਗੁਰਬਾਣੀ ਗੁਰੂ ਦੇ ਵਿੱਚੋਂ, ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ। ਇਹ ਔਰ ਦਰ ਕਿਹੜੇ ਹੈ? ਜਿਹੜੇ 9 ਦਰ ਹੈ ਅੰਦਰ, 9 ਅੰਦਰ ਜਿਹੜੇ ਗਿਆਨ ਇੰਦਰੀਆ, ਕਰਮ ਇੰਦਰੀਆ, ਜਿਹੜੇ ਅੰਦਰ ਹੱਟੀਆਂ ਹੈ, ਇਹਨਾਂ ਨੂੰ ਪਾਰ ਕਰਦੇ ਹੋਇਆਂ ਜਦੋਂ ਮਨ ਬੱਚਾ ਮਾਲਿਕ ਦੇ ਦਰ ਤੋਂ ਜਾਂਦਾ ਹੈ, ਜਿਹੜਾ ਹੈ ਦਸਮ ਦੁਆਰ, ਜਦੋਂ ਉੱਥੇ ਜਾ ਕੇ ਆਸਨ ਬੰਧਦਾ ਹੈ ਤੇ ਉੱਥੇ ਜਾ ਕੇ ਫਿਰ ਮਹਾਰਾਜ ਫਰਮਾਨ ਕਰਦੇ ਕਿ ਉੱਥੇ ਜਾ ਕੇ ਨਾਮ ਪ੍ਰਗਟ ਹੁੰਦਾ ਹੈ। ਉਹ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਬੱਚਾ ਮਾਲਿਕ ਦਾ ਆਸ ਰੱਖਦਿਆਂ ਹੋਇਆਂ, ਮਾਇਆ ਤੋਂ ਰਹਿਤ ਹੁੰਦਿਆਂ ਹੋਇਆਂ ਮਾਲਿਕ ਦੇ ਦਰ ਤੋਂ ਜਾ ਕੇ ਆਸਨ ਬੰਧਦਾ ਹੈ। ਫਿਰ ਉੱਥੇ ਜਾ ਕੇ ਮਾਲਿਕ ਉਹਨੂੰ ਆਪਣੇ ਖਜ਼ਾਨੇ ਦੇ ਵਿੱਚ ਤੋਂ, ਜਿਹੜਾ ਮਾਲਿਕ ਦਾ ਖਜ਼ਾਨਾ ਹੈ ਉਹ ਹੈ ਨਾਮ ਧਨ, ਉਹ ਨਾਮ ਰਤਨ, ਉਹ ਨਾਮ ਧਨ ਮਾਲਿਕ ਹੈ ਮਨ ਬੱਚੇ ਨੂੰ ਦਿੰਦੇ ਹੈ।
ਜਿਹੜਾ ਫਰਮਾਨ ਕਰਦੇ ਗੁਰਬਾਣੀ ਗੁਰੂ ਦੇ ਵਿੱਚੋਂ ਮਹਾਰਾਜ, ਸਤਿਗੁਰੂ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਪੜਵਾਗੀ ਹੈ। ਕਹਿੰਦੇ ਉਹ ਬਡਭਾਗੀ ਆ। ਅਕਾਲ ਪੁਰਖ ਪਰਮਾਤਮਾ ਜੀ, ਸਤਿਗੁਰੂ ਅਕਾਲ ਪੁਰਖ ਪਰਮਾਤਮਾ ਜਿਹੜੇ ਆਪ ਪ੍ਰਕਾਸ਼ ਰੂਪ ਹੈ, ਜਿਹਦਾ ਆਪ ਦਾ ਕੋਈ ਆਕਾਰਾਂ ਦੇ ਵਿੱਚੋਂ ਕੋਈ ਰੂਪ ਰੰਗ ਰੇਖ ਪੇਖ ਨਹੀਂ, ਜਿਹੜਾ ਤ੍ਰੈ ਗੁਣਾ ਤੋਂ ਭਿੰਨ ਹੈ। ਦੇਖੋ ਤ੍ਰੈ ਗੁਣਾ ਤੋਂ ਭਿੰਨ ਕਿਉਂ ਕਿਹਾ ਗਿਆ? ਕਿਉਂਕਿ ਥੱਲੇ ਜਿਹੜੇ ਤ੍ਰੈ ਗੁਣ ਹੈ, ਜਿਹੜੇ ਰਜੋ ਤਮੋ ਸਤੋ ਦੀ ਹੱਟੀਆਂ, ਜਿਹੜੇ ਫੁਰਨੇ ਹੈ, ਵਿਕਾਰ ਹੈ, ਵਿਚਾਰ ਹੈ, ਇਹਨਾਂ ਤੋਂ ਉੱਪਰ ਜਿਹੜਾ ਏਰੀਆ ਹੈ, ਜਿੱਥੇ ਪੌਣ ਜਾ ਕੇ ਸਮਾ ਰਹੀ ਹੈ, ਉੱਥੇ ਤੋਂ ਮਾਲਿਕ ਦਾ ਏਰੀਆ ਸ਼ੁਰੂ ਹੋ ਰਿਹਾ ਹੈ। ਮਹਾਰਾਜ ਫਰਮਾਨ ਕਰਦੇ, ਰੂਪ ਨ ਰੰਗ ਨ ਰੇਖ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਵੀ ਵਿਚਾਰਾਂ ਤੋਂ ਤੇ ਆਕਾਰਾਂ ਤੋਂ ਮਾਲਿਕ ਭਿੰਨ ਹੈ। ਕਹਿੰਦੇ ਰੂਪ ਨ ਰੰਗ ਨ ਰੇਖ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ, ਜਿਸ ਹੋ ਸੋ ਪ੍ਰਸੰਨ। ਕਹਿੰਦੇ ਉਹ ਮਾਲਿਕ ਅਕਾਲ ਪੁਰਖ ਪਰਮਾਤਮਾ ਨਾਮ ਦੇ ਰਾਹੀਂ ਮਨ ਬੱਚੇ ਨੂੰ ਆਪ ਸਾਜ ਨਿਵਾਜ ਦਿੰਦੇ ਹੈ। ਜਿਹੜਾ ਬਾਬਾ ਕਬੀਰ ਜੀ ਆਪਾਂ ਨੂੰ ਫਰਮਾਨ ਕਰਦੇ, ਦਾਗੇ ਹੋਏ ਸੋਰਣ ਮੈਂ ਜੂੰਝ ਹੈ, ਬਿਨ ਦਾਗੇ ਭਗਜਾਈ। ਇਹ ਦਾਗੇ ਹੋਏ ਦਾ ਭਾਵ ਹੈ ਕਿ ਨਾਮ ਦੇ ਰਾਹੀਂ ਮਾਲਿਕ ਦੇ ਦਰ ਤੋਂ ਜਿਹੜੀ ਸੁਰਤ, ਜਿਹੜਾ ਮਨ ਬੱਚਾ ਦਾਗਿਆ ਜਾਂਦਾ ਹੈ, ਉਹੀ ਰਣ ਦੇ ਵਿੱਚੋਂ ਜੂਝ ਸਕਦਾ ਹੈ, ਉਹੀ ਫਤਿਹ ਪਾ ਸਕਦਾ ਹੈ। ਉਹ ਜਿਹੜੇ ਇੱਕ ਨਿਸ਼ਾਨ ਗਗਨ ਦਮਾਮਾ ਬਾਜਿਆ, ਜਿਹੜਾ ਮਾਲਿਕ ਦੇ ਵੱਲੋਂ ਇੱਕ ਨਿਸ਼ਾਨ ਗੱਡਿਆ ਜਾਂਦਾ ਹੈ ਦਸਮ ਦੁਆਰ ਤੋਂ, ਉਹ ਫਤਿਹ ਦਾ ਨਿਸ਼ਾਨ ਹੁੰਦਾ ਹੈ। ਜਿਸ ਮਨ ਬੱਚੇ ਨੂੰ ਨਾਮ ਧਨ ਪ੍ਰਾਪਤ ਹੋ ਗਿਆ ਮਾਲਿਕ ਦੇ ਵੱਲੋਂ, ਅਕਾਲ ਪੁਰਖ ਪਰਮਾਤਮਾ ਜੀ ਹਉਮੈ ਤੋਂ ਰਹਿਤ ਰੱਖੇ, ਗੁਰਮੁਖ ਪਿਆਰਿਓ, ਉਹਨੂੰ ਲੈਣ ਆਪ ਮਾਲਿਕ ਨੇ ਆਣਾ ਹੈ। ਕਿਉਂ? ਕਿਉਂਕਿ ਨਾਮ ਧਨ ਮਾਲਿਕ ਤੋਂ ਇਲਾਵਾ ਕੋਈ ਦੇ ਨਹੀਂ ਸਕਦਾ। ਗੁਰਬਾਣੀ ਗੁਰੂ ਹੀ ਫਰਮਾਨ ਕਰ ਰਹੀ ਆ, ਸਤਿਗੁਰੂ ਸਿੱਖ ਕੋ ਨਾਮ ਧਨ ਦੇ। ਜਦੋਂ ਮਨ ਬੱਚਾ ਆਪਣੇ ਕੋਲ ਜਿਹੜੇ ਇਹਦਾ ਖਜ਼ਾਨਾ ਹੈਗਾ ਆ, ਸਵਾਸਾ ਰੂਪੀ ਧਨ, ਜਦੋਂ ਇਹਨੂੰ ਮਾਲਿਕ ਦੇ ਦਰ ਤੋਂ ਇਹ ਸਾਹਮਣੇ ਸੁੰਨ ਦੇ ਵਿੱਚੋਂ, ਬੇਗਮਪੁਰਾ ਦੇ ਵਿੱਚੋਂ ਮਾਇਆ ਤੋਂ ਰਹਿਤ ਹੁੰਦਿਆਂ ਹੋਇਆਂ ਜਮਾ ਕਰਦਾ ਰਹਿੰਦਾ ਹੈ, ਉਸ ਤੋਂ ਬਾਅਦ ਇਹਨੂੰ ਉੱਥੇ ਤੋਂ ਇਹ ਜਿਹੜੀ ਹਟ ਹੈ ਬੇਗਮਪੁਰਾ ਦੇ ਵਿੱਚੋਂ, ਇੱਥੇ ਤੋਂ ਨਾਮ ਧਨ, ਇੱਕ ਨਾਮ ਦਾ ਸੌਦਾ ਪ੍ਰਾਪਤ ਹੁੰਦਾ ਹੈ। ਉਸ ਸੌਦੇ ਦੇ ਰਾਹੀਂ ਜਿਹੜਾ ਨਾਮ ਧਨ ਹੈ, ਫਿਰ ਮਾਲਿਕ ਇਹਨੂੰ ਸੋਝੀ ਦੀ ਜਾਂਦੀ ਹੈ ਸੁੰਨ ਦੇ ਵਿੱਚੋਂ, ਕਿ ਇਹ ਨਾਮ ਦੇ ਰਾਹੀਂ ਜਿਹੜੀ ਮਤ ਮਿਲੂਗੀ ਇਹਨੂੰ, ਜਿਹਨੂੰ ਕਿਹਾ ਗਿਆਨ ਅੰਜਨ ਗੁਰ ਦੀਆ, ਇਹ ਜਦੋਂ ਇਹਨੂੰ ਸੁਖਮ ਸੋਝੀ ਮਿਲਦੀ ਆ, ਭੇਦ ਦਿੱਤਾ ਜਾਂਦਾ ਕਿ ਜਿਹੜਾ ਹੁਣ ਥੱਲੇ ਜਾਣਾ ਹੈ ਪੌਣ ਦੇ ਇਲਾਕੇ ਦੇ ਵਿੱਚੋਂ, ਤੇ ਕਿੱਦਾਂ ਖੇਡਣਾ ਹੈ। ਜੇ ਬਿਨਾਂ ਹੁਕਮ ਤੋਂ ਖੇਲੂਗਾ ਤੇ ਗੁਰਮੁਖ ਪਿਆਰਿਓ ਫੇਰ ਦੁਬਾਰਾ ਤੋਂ ਬੰਦੀ ਖਾਨੇ ਦੇ ਵਿੱਚ ਬੰਦੀ ਬਣਾ ਲਿਆ ਜਾਊਗਾ। ਤੇ ਉਹ ਸਾਡੀ ਜਿਹੜੀ ਸੁਖਮ ਟ੍ਰੇਨਿੰਗ ਹੈ, ਉਹ ਸੁਖਮ ਭੇਦ ਹੈ, ਉਹ ਅੱਗੇ ਦਸਮ ਦੁਆਰ ਤੇ ਸੁੰਨ ਦੇ ਵਿੱਚੋਂ ਦਿੱਤੀ ਜਾਂਦੀ ਆ। ਜੋਤ ਦਾ ਪ੍ਰਯੋਗ ਕਰਨਾ, ਸਾਰੇ ਇਹਦਾ ਜੋਤ ਦਾ ਇਸਤੇਮਾਲ ਕਿੱਦਾਂ ਕਰਨਾ ਹੈ, ਅੱਗੇ ਜਿਹੜਾ ਸੁਖਮ ਗਿਆਨ ਹੈ, ਗੂਜ ਕਥਾ ਹੈ, ਉਹ ਸਾਰਾ ਸੁੰਨ ਦੇ ਵਿੱਚੋਂ ਮਾਲਿਕ ਦੇ ਵੱਲੋਂ ਇਹ ਮਨ ਬੱਚੇ ਨੂੰ ਦਿਆ ਜਾਂਦਾ ਹੈ, ਸ਼ਬਦ ਗੁਰੂ ਦੇ ਰਾਹੀਂ। ਤੇ ਹੁਣ ਆਪਾਂ ਨੂੰ ਇਹ ਭੇਦ ਆ ਗਿਆ, ਵਿਚਾਰ ਲਿਆ ਆਪਾਂ ਨੇ, ਗੁਰਬਾਣੀ ਗੁਰੂ ਦੇ ਵਿੱਚ ਮਹਾਰਾਜ ਨੂੰ ਪੁੱਛ ਲਿਆ ਕਿ ਗੁਰਮੰਤਰ ਉੱਚੀ ਆਵਾਜ਼ ਦੇ ਵਿੱਚੋਂ ਕਿਉਂ ਕਰਨਾ ਹੈ। ਤੇ ਉੱਚੀ ਆਵਾਜ਼, ਮਧਮਾ ਆਵਾਜ਼ ਤੇ ਅੰਤਰਗਤ, ਇਹਨਾਂ ਦੇ ਵਿੱਚੋਂ ਕੀ ਡਿਫਰੈਂਟ ਹੈ, ਕੀ ਅੰਤਰ ਹੈ, ਕੀ ਅਸੀਂ ਇਹ ਆਵਾਜ਼ ਕਰਦੇ ਹਾਂ ਜਾਂ ਹੋ ਜਾਂਦੀ ਆ। ਇਹ ਵੀ ਇੱਕ ਕੁਐਸਚਨ ਹੈ ਕਿ ਅਸੀਂ ਆਵਾਜ਼ ਉੱਚੀ ਕਰਦੇ ਹਾਂ ਕਿ ਹੋ ਜਾਂਦੀ ਆ, ਕੀ ਅਸੀਂ ਆਵਾਜ਼ ਮੱਧਮ ਆਵਾਜ਼ ਦੇ ਵਿੱਚੋਂ ਸਿਮਰਨ ਕਰਦੇ ਹਾਂ ਜਾਂ ਆਵਾਜ਼ ਹੋ ਜਾਂਦੀ ਆ। ਜੇ ਅਸੀਂ ਆਵਾਜ਼ ਉੱਚੀ ਕਰਦੇ ਹਾਂ ਤੇ ਫਿਰ ਸਾਡਾ ਸਿਮਰਨ ਠੀਕ ਨਹੀਂ ਹੋ ਰਿਹਾ। ਪਤਾ ਕਿਉਂ? ਕਿਉਂਕਿ ਇਹਦੇ ਵਿੱਚ ਬੜੀ ਡੂੰਘਾਈ ਹੈ ਗੁਰਮੰਤਰ ਦੇ ਵਿੱਚੋਂ। ਜੇ ਅਸੀਂ ਆਵਾਜ਼ ਉੱਚੀ ਕਰਨ ਦਾ ਫੁਰਨਾ ਲੈ ਰਹੇ ਹਾਂ ਤੇ ਅਸੀਂ ਧੁਨ ਦੇ ਵਿੱਚ ਧਿਆਨ ਨਹੀਂ ਧਰ ਰਹੇ, ਅਸੀਂ ਕੇਵਲ ਜੁਗਤੀ ਤੇ ਵਿਧੀ ਪੇ ਧਿਆਨ ਦੇ ਰਹੇ ਹਾਂ, ਔਰ ਕੇਵਲ ਅਸੀਂ ਗਿਆਨ 'ਚ ਬੈਠੇ ਹਾਂ, ਔਰ ਉਹ ਗਿਆਨ ਅਖਰੀ ਗਿਆਨ ਦੇ ਵਿੱਚੋਂ। ਇਹ ਤਾਂ ਸਾਨੂੰ ਮਹਾਰਾਜ ਨੇ ਭੇਦ ਦਿਆ ਹੈ, ਇਹ ਪਾਉਣ ਦੇ ਰਾਹੀਂ ਤਿਆਰ ਹੋਏ ਜਹਾਜ਼ ਬੈਠਣ ਦਾ। ਸਿਰਫ ਸਾਡਾ ਫੋਕਸ, ਸਾਡਾ ਧਿਆਨ, ਸਾਡਾ ਜਿਹੜਾ ਆਪਣਾ ਮੇਨ ਜਿਹੜਾ ਪੁਆਇੰਟ ਹੈ ਉਹ ਹੈ ਆਵਾਜ਼ ਨੂੰ ਸੁਣਨਾ, ਪਿਆਰ ਤੇ ਬੋਲਣਾ, ਤੇ ਆਵਾਜ਼ ਨੂੰ, ਧੁਨ ਨੂੰ ਫੜ, ਆਵਾਜ਼ ਉੱਚੀ ਕਰਨਾ, ਮੱਧਮਾ ਕਰਨਾ ਜਾਂ ਅੰਤਰਗਤ ਹੋਣਾ, ਨੋ।
ਸਿਰਫ ਔਰ ਸਿਰਫ ਵਾਹੇ ਤੇ ਗੁਰੂ ਮੰਤਰ ਦੀ ਆਵਾਜ਼ ਨੂੰ ਸੁਣਨਾ। ਜੇ ਵਿੱਚ ਫੁਰਨੇ ਆਏਂਗੇ ਤੇ ਆਵਾਜ਼ बढ़ूगी, ਜੇ ਵਿੱਚ ਫੁਰਨੇ ਨਹੀਂ ਆਏਂਗੇ ਆਵਾਜ਼ घटूगी। ਇਹ ਸਾਨੇ ਫੁਰਨਾ ਲੈਣ ਦੀ ਲੋੜ ਨਹੀਂ ਕਿ ਮੈਂ ਉੱਚੀ ਸਿਮਰਨ ਕਰਨਾ ਹੈ, ਮੈਂ ਮਧਮ ਆਵਾਜ਼ ਦੇ ਵਿੱਚੋਂ ਸਿਮਰਨ ਕਰਨਾ ਹੈ, ਮੈਂ ਸਹਿਜ ਦੇ ਵਿੱਚੋਂ ਸਿਮਰਨ ਕਰਨਾ ਹੈ। ਜਿੱਦਾਂ ਜਿੱਦਾਂ ਮਨ ਬੱਚੇ ਦੀ ਅਵਸਥਾ ਬਣਦੀ ਜਾਊਗੀ, ਸਹਿਜ ਸੁਭਾਈ ਹੀ ਮਨ ਬੱਚੇ ਦਾ ਜਿਹੜਾ ਆਪ ਦਾ ਸਿਮਰਨ ਹੈ ਉਦਾਂ ਦਾ ਹੀ ਹੋਣਾ ਸ਼ੁਰੂ ਹੋ ਜਾਊਗਾ। ਕਈ ਮਨ ਬੱਚਾ ਦੀ ਅਵਸਥਾ ਜਦੋਂ ਬੰਨੀ ਸ਼ੁਰੂ ਹੋ ਜਾਂਦੀ ਆ, ਮਨ ਸਹਿਜ ਚ ਰਹਿਣਾ ਸ਼ੁਰੂ ਹੋ ਜਾਂਦਾ ਹੈ। ਪਾਉਣ ਦਾ ਜਿਹੜਾ ਸੰਤੁਲਨ ਹੈ, ਜਿਹੜਾ ਆਮ ਜੀਵ ਦਾ ਮਨਮੁਖ ਦਾ ਕਾਫੀ ਘਟ ਵੱਧ ਕੇ ਚੱਲ ਰਿਹਾ ਹੁੰਦਾ ਹੈ, ਉਹਦੇ ਮੁਤਾਬਿਕ ਉਹਦਾ ਚੇਂਜ ਹੋ ਜਾਂਦਾ ਹੈ ਔਰ ਉਹਦੀ ਜਿਹੜਾ ਪਾਉਣ ਦਾ ਸੰਤੁਲਨ ਹੈ ਉਹ ਸਮ ਹੋ ਕੇ ਚੱਲਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਸ ਮਨ ਬੱਚੇ ਨੂੰ ਦਰ ਤੇ ਬੈਠਣ ਦੇ ਲਈ ਬਹੁਤਾ ਉੱਚੀ ਬੋਲ ਕੇ ਗੁਰਮੰਤਰ ਕਰਨ ਦੀ ਲੋੜ ਨਹੀਂ ਪੈਂਦੀ। ਉਹ ਸਹਿਜ ਸੁਭਾਈ ਸਵਾਸ ਤੇ ਗ੍ਰਾਸ ਸਿਮਰਨ ਨੂੰ ਕਰਦਿਆਂ ਹੋਇਆਂ, ਚੰਦ ਸੂਰਜ ਨੂੰ ਸਮ ਕਰਦਿਆਂ ਹੋਇਆਂ ਤਿਰਕੁਟੀ ਨੂੰ ਪਾਰ ਕਰਕੇ ਅੱਗੇ ਦਸਮ ਦੁਆਰ ਤੋਂ ਚਲਾ ਜਾਂਦਾ ਹੈ। ਇਹ ਵੀ ਇੱਕ ਮਨ ਬੱਚੇ ਦੀ ਅਵਸਥਾ ਹੁੰਦੀ ਆ। ਲੇਕਿਨ ਜਦੋਂ ਪਾਉਣ ਦਾ ਸੰਤੁਲਨ ਕਾਫੀ ਘਟ ਵੱਧ ਕੇ ਚੱਲ ਰਿਹਾ ਹੁੰਦਾ ਹੈ ਤੇ ਲੋੜ ਹੁੰਦੀ ਆ ਕਿ ਗੁਰਮੰਤਰ ਸਹਿਜ ਸੁਭਾਈ ਉੱਚਾ ਹੀ ਹੋਊਗਾ। ਠੀਕ ਹੈ ਜੀ। ਤੇ ਮਨ ਬੱਚੇ ਦੀ ਅਵਸਥਾ ਦੇ ਅਨੁਸਾਰ ਫਿਰ ਲਾਸਟ ਦੇ ਵਿੱਚੋਂ ਹੌਲੀ ਹੌਲੀ ਜਦੋਂ ਮਨ ਬੱਚਾ ਔਰ ਜ਼ਿਆਦਾ ਸਹਿਜ ਦੇ ਵਿੱਚੋਂ ਅੰਦਰ ਸਹਿਜ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ, ਮਨ ਬੱਚਾ ਸਹਿਜ ਦੇ ਵਿੱਚੋਂ ਆਉਣਾ ਸ਼ੁਰੂ ਹੋ ਜਾਂਦਾ ਹੈ। ਫਿਰ ਬਹੁਤ ਹੀ ਸਹਿਜ ਕਿ ਆਪ ਦੇ ਮੁਖ ਦੀ ਆਵਾਜ਼ ਕੇਵਲ ਆਪ ਨੂੰ ਹੀ ਸੁਣੇ, ਇੰਨੇ ਸਹਿਜ ਦੇ ਵਿੱਚੋਂ ਗੁਰਮੰਤਰ ਦ੍ਰਿੜ ਕਰਾਇਆ ਜਾਂਦਾ ਹੈ। ਆਹੀ ਨਹੀਂ ਹੈਗਾ ਕਿ ਸਾਰਿਆਂ ਨੂੰ ਉੱਚੀ ਹੀ ਸਿਮਰਨ ਕਰਨਾ ਹੈ। ਸਮਝ ਰਹੇ ਨਾ ਆਪਾਂ? ਕਈ ਵਾਰ ਇਹ ਸਾਨੂੰ ਵਿਚਾਰ ਆਇਆ ਕਿ ਉਹ ਇੰਨਾ ਉੱਚੀ ਗੁਰਮੰਤਰ ਕਿਉਂ ਕਰਦੇ ਹੈ ਤੇ ਕਿਉਂ ਕਰਾਉਂਦੇ ਹੈ। ਇਸ ਕਰਕੇ ਮਹਾਰਾਜ ਨੂੰ ਬੇਨਤੀ ਕਰਕੇ ਆਪਾਂ ਨੇ ਗੁਰਬਾਣੀ ਗੁਰੂ ਦੇ ਵਿੱਚੋਂ ਤੇ ਵਿਚਾਰ ਕੀਤੀ ਆ ਕਿ ਇਹ ਖੇਡ ਕੀ ਹੈਗੀ ਆ। ਅੰਤਰਮੁਖੀ ਹੋ ਕਰਕੇ ਦੇਖੋ ਕਿ ਆਪ खुद आवाज ਉੱਚੀ ਕਰਕੇ ਸਿਮਰਨ ਕਰਦੇ ਹੈ ਕਿ ਆਵਾਜ਼ ਉੱਚੀ ਹੋ ਜਾਂਦੀ ਆ। ਤੇ ਜਿੱਦਾਂ ਜਿੱਦਾਂ ਮਨ ਬੱਚੇ ਦਾ ਵਿਚਾਰਾਂ ਤੋਂ ਰਹਿਤ ਹੁੰਦਾ ਜਾਂਦਾ ਹੈ, ਵਿਚਾਰਾਂ ਤੋਂ ਸਹਿਜ ਦੇ ਵਿੱਚੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਸਹਿਜ ਸੁਭਾਈ ਹੀ ਫਿਰ ਲਾਸਟ ਦੇ ਵਿੱਚੋਂ ਅੰਤਰਗਤ ਸਿਮਰਨ ਕਰਾਇਆ ਜਾਂਦਾ ਹੈ। ਫਿਰ ਅੰਤਰਗਤ ਕਰਾਉਂਦੇ ਹੋਇਆ ਉਹਨੂੰ ਪਾਉਣ ਦੇ ਰਾਹੀਂ 9 ਦਰਾਂ ਨੂੰ ਠਾਕਣਾ ਸਿਖਾਇਆ ਜਾਂਦਾ ਹੈ। ਉਸ ਤੋਂ ਬਾਅਦ ਉਹਨੂੰ ਦਸਮ ਦੁਆਰ ਤੋਂ 9 ਦਰਾਂ ਨੂੰ ਠਾਕ ਕੇ ਤ੍ਰਿਕੁਟੀ ਨੂੰ ਪਾਰ ਕਰਕੇ ਅੱਗੇ ਦਸਮ ਦੁਆਰ ਤੋਂ ਧਿਆਨ ਦੀ ਅਵਸਥਾ ਦੇ ਵਿੱਚ ਬਿਠਾਇਆ ਜਾਂਦਾ ਹੈ। ਇਹ ਜਿਹੜੇ ਧਿਆਨ ਦੀਆਂ ਕਲਾਸਾਂ ਗੁਰਮੁਖਾਂ ਦੇ ਪਾਸੋਂ ਲਗਾਈਆਂ ਜਾਂਦੀਆਂ ਹੈ। ਠੀਕ ਹੈ ਜੀ। ਤੇ ਇਹ ਜਿਹੜਾ ਆਪਣਾ ਨਵਾਂ ਪਰਿਵਾਰ ਹੈ, ਨਵੀਂ ਸੰਗਤ ਹੈ, ਜਿਹਨੂੰ ਲੋੜ ਹੈ ਪਾਉਣ ਦੇ ਸੰਤੁਲਨ ਨੂੰ ਸਮ ਕਰਨ ਦੀ, ਉਹਦੇ ਲਈ ਉੱਚੀ ਗੁਰਮੰਤਰ ਮੁਖ ਤੋਂ ਬੋਲਦਿਆਂ ਹੋਇਆਂ ਧੁਨ ਦੇ ਵਿੱਚ ਧਿਆਨ ਧਰ ਕੇ ਕਰਨ ਦੀ ਲੋੜ ਹੈ। ਇਸ ਕਰਕੇ ਸੰਗਤ ਨੂੰ ਉੱਚੀ ਗੁਰਮੰਤਰ ਦ੍ਰਿੜ ਕਰਾਇਆ ਜਾਂਦਾ ਹੈ ਤਾਂ ਕਿ ਜਿਹੜਾ ਪਾਉਣ ਦਾ ਸੰਤੁਲਨ ਘਟ ਵੱਧ ਕੇ ਚੱਲ ਰਿਹਾ ਹੈ, ਮਨ ਫੁਰਨਿਆਂ ਦੇ ਵਿੱਚੋਂ ਗਿਆ ਹੋਇਆ ਹੈ, ਮਾਇਆ ਦੇ ਗਰਭ ਦੇ ਵਿੱਚੋਂ ਗਿਆ ਹੋਇਆ ਹੈ, ਤਾਂ ਕਿ ਵਾਹਿਗੁਰੂ ਗੁਰਮੰਤਰ ਉੱਚੀ ਆਵਾਜ਼ ਦੇ ਵਿੱਚੋਂ ਦ੍ਰਿੜ ਕਰਾਉਂਦੇ ਹੋਇਆਂ ਬ੍ਰਹਮ ਅਗਨੀ ਪ੍ਰਕਟ ਹੋ ਸਕੇ ਔਰ ਮਨ ਬੱਚਾ ਮਾਇਆ ਦੇ ਗਰਭ ਤੋਂ ਬਾਹਰ ਆ ਸਕੇ, ਉਹਦਾ ਜਨਮ ਹੋ ਸਕੇ, ਉਹ ਦਸਮ ਦੁਆਰ ਤੋਂ ਜਾ ਕੇ ਬਹਿ ਸਕੇ। ਜਿਹੜਾ ਆਪਾਂ ਨੂੰ ਫਰਮਾਨ ਕਰਦੇ ਮਹਾਰਾਜ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰੂ ਤੁਮਰੇ ਕਾਜ ਸਵਾਰੇ। ਜਦੋਂ ਮਨ ਬੱਚਾ ਮਾਇਆ ਦੇ ਗਰਭ ਤੋਂ ਨਿਕਲਦਿਆਂ ਹੋਇਆਂ ਮਾਲਿਕ ਦੇ ਦਰ ਤੋਂ ਪਹੁੰਚਦਾ ਹੈ, ਉੱਥੇ ਉਹਨੂੰ ਨਾਮਧਨ ਪ੍ਰਾਪਤ ਹੁੰਦਾ ਹੈ। ਉਸ ਤੋਂ ਬਾਅਦ ਉਹ ਇੱਕ ਸਾਧੂ, ਜਦੋਂ ਉਹਨੂੰ ਸਹਿਜ ਧੁਨ ਪ੍ਰਗਟ ਹੋ ਜਾਂਦੀ ਆ, ਸਾਧੂ ਭਗਤ ਸੰਤ ਅੱਗੇ ਨਾਮ ਦੇ ਵਿੱਚੋਂ ਜਦੋਂ ਸਮਾ ਜਾਂਦਾ ਹੈ, ਫਿਰ ਇੱਕ ਗੁਰਮੁਖ ਜਦੋਂ ਮਾਲਿਕ ਦੇ ਨਾਲ ਉਹਦੀ ਸੁਣ ਦੇ ਵਿੱਚੋਂ ਗੋਸ਼ਟ ਹੋ ਜਾਂਦੀ ਆ। ਏਦਾਂ ਹੀ ਮਨ ਬੱਚੇ ਦੇ ਸਹਿਜ ਦੇ ਅਨੁਸਾਰ ਤੇ ਭਗਤੀ ਦੇ ਅਨੁਸਾਰ ਉਹਦੀ ਅਵਸਥਾ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ ਜੀ। ਹੈ ਜਾਂ ਮਨ ਦੀ ਹੀ ਅਵਸਥਾ, ਜੇ ਮਨ ਸਹਿਜ ਧੁਨ ਪ੍ਰਗਟ ਹੋ ਗਈ ਆ, ਮਨ ਸਹਿਜ ਧੁਨ ਸੁਣਦਾ ਹੈ ਤੇ ਉਹ ਸਾਧੂ ਆ। ਅੱਗੇ ਫਿਰ ਭੇਜ ਦੇ ਰਹੇ, ਜੇ ਉਹਨੂੰ ਨਾਮ ਸੁਣਦਾ ਹੈ, ਨਾਮ ਨੂੰ ਸੁਣ ਕੇ ਉਹ ਭਗਤੀ ਕਰਦਾ ਹੈ ਤੇ ਉਹ ਇੱਕ ਸੰਤ ਆ, ਜਿਹੜਾ ਮਹਾਰਾਜ ਨੇ ਭੇਜ ਦਿਆ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ,
ਰਾਮ। ਫਿਰ ਜਿਹੜਾ ਦਰ ਤੋਂ ਜਾ ਕੇ ਮਨ ਬੱਚਾ ਆਸਣ ਬੰਦਦਾ ਹੈ, ਉਹਦੇ ਕਾਰਜ ਜਿਹੜੇ ਹੈ ਉਹ ਅਕਾਲ ਪੁਰਖ ਪ੍ਰਮਾਤਮਾ ਜੀ ਆਪ ਸਵਾਰਦੇ ਹੈ। ਉਹਨੂੰ ਅੱਗੇ ਸ਼ਬਦ ਗੁਰੂ ਦੇ ਰਾਹੀਂ ਅੱਗੇ ਲਿਜਾਇਆ ਜਾਂਦਾ ਹੈ। ਮਾਲਿਕ ਦੀ ਦਰਗਾਹ ਦੇ ਵਿੱਚੋਂ ਉਹਨੂੰ ਮਾਨ ਪ੍ਰਾਪਤ ਹੁੰਦਾ ਹੈ। ਇਹ ਅੰਦਰ ਦੀ ਸੁਣ ਦੀ ਵਿੱਚ ਦੀ ਖੇਡ ਹੈਗੀ ਆ, ਜਿਹੜੀ ਮਨ ਬੱਚਾ ਮਾਲਿਕ ਦੇ ਦਰ ਤੋਂ ਬੈਠ ਕੇ ਭਗਤੀ ਕਰਦਾ ਹੈ, ਉਸ ਤੋਂ ਅੱਗੇ ਦੀ ਖੇਡ ਹੈ, ਜਿੱਥੇ ਸੁਣ ਦੇ ਵਿੱਚੋਂ ਮਨ ਬੱਚਾ ਇਹ ਵਿਕਾਰਾਂ ਤੋਂ, ਇਹ ਵਿਚਾਰਾਂ ਤੋਂ, ਇਹ ਫੁਰਨਾ ਤੋਂ ਰਹਿਤ ਹੁੰਦਿਆਂ ਹੋਇਆਂ ਸੁਣ ਦੇ ਵਿੱਚ ਬੈਠ ਕੇ ਨਾਮ ਦੇ ਰਾਹੀਂ ਮਾਲਿਕ ਦੀ ਭਗਤੀ ਕਰਦਾ ਹੈ। ਉਸ ਥਾਨ ਨੂੰ ਗੁਰਬਾਣੀ ਗੁਰੂ ਦੇ ਵਿੱਚੋਂ ਅੰਮ੍ਰਿਤਸਰ ਦਾ ਨਾਮ ਦਿੱਤਾ ਹੋਇਆ ਹੈ। ਜਦੋਂ ਉੱਥੇ ਬਹਿ ਕੇ ਤ੍ਰਿਕੁਟੀ ਪਾਰ ਕਰਕੇ ਅੱਗੇ ਸੁਣ ਦੇ ਵਿੱਚੋਂ ਨਾਮ ਦੇ ਰਾਹੀਂ ਇਸ਼ਨਾਨ ਕਰਦਾ ਹੈ ਤੇ ਨਿਰਮਲ ਹੋ ਜਾਂਦਾ ਹੈ। ਜਿਹੜੀ ਇਹਨੂੰ ਸੁਖਮ ਤ੍ਰੈ ਗੁਣਾ ਦੀ ਫੁਰਨਿਆਂ ਦੀ ਮੈਲ ਲੱਗੀ ਹੋਈ ਆ ਜਨਮ ਜਨਮਾਂ ਦੀ, ਉਸ ਤੋਂ ਰਹਿਤ ਹੋ ਜਾਂਦਾ ਹੈ, ਸੱਚਾ ਸੁੱਚਾ ਹੋ ਜਾਂਦਾ ਹੈ। ਉਸ ਤੋਂ ਬਾਅਦ ਗੁਰਮੁਖ ਪਿਆਰਿਓ ਜਾਂ ਅੱਗੇ ਸ਼ਬਦ ਗੁਰੂ ਦੇ ਰਾਹੀਂ ਅਕਾਲ ਪੁਰਖ ਪਰਮਾਤਮਾ ਜੀ ਦੇ ਹੁਕਮ ਦੇ ਰਾਹੀਂ ਦਰਗਾਹ ਦੇ ਵਿੱਚੋਂ ਜਾਗਦਾ ਹੈ, ਇਹਨੂੰ ਮਾਲਿਕ ਜਗਾਉਂਦਾ ਹੈ। ਤੇ ਇਸ ਕਰਕੇ ਇਹ ਸਾਨੂੰ ਖੇਡ ਸਮਝਾਈ ਆ ਸਾਰੀ, ਲੇਕਿਨ ਖੇਡ ਆਪਾਂ ਨੂੰ ਸਹਿਜ ਦੇ ਨਾਲ, ਪ੍ਰੇਮ ਦੇ ਨਾਲ, ਗੁਰਬਾਣੀ ਗੁਰੂ ਦਾ ਸਤਿਕਾਰ ਕਰਦਿਆਂ ਹੋਇਆਂ, ਪ੍ਰੇਮ ਕਰਦਿਆਂ ਹੋਇਆਂ, ਭਰੋਸਾ ਕਰਦਿਆਂ ਹੋਇਆਂ ਹੀ ਸਮਝ ਆਊਗੀ। ਜਦੋਂ ਤੱਕ ਮਨ ਬੱਚਾ ਸ਼ੰਕਾ ਰੱਖੂਗਾ, ਔਰ ਸ਼ੰਕਾ ਵੀ ਕੇਵਲ ਤ੍ਰੈ ਗੁਣਾ ਤੱਕ ਰੱਖੂਗਾ, ਠੀਕ ਹੈ ਜੀ। ਮਹਾਰਾਜ ਨੇ ਫਰਮਾਨ ਕਰਿਆ ਜਿਗਿਆਸੂ ਤਾਂ ਆਪਾਂ ਨੇ ਬਣਨਾ ਹੈ, ਕਹਿੰਦੇ ਜਿਹੜਾ ਵਿਰਲਾ ਹੋਊਗਾ, ਕਿਉਂਕਿ ਆ ਜਿਹੜੀ ਬਾਣੀ ਹੈਗੀ ਆ, ਆਹ ਮਹਾਂਪੁਰਖਾਂ ਦੀ ਬਾਣੀ ਹੈ। ਇਹ ਬਾਣੀ ਦੇ ਰਾਹੀਂ ਨਿਜ ਮਹਿਲ ਦੇ ਵਿੱਚ ਵਾਸਾ ਹੋਊਗਾ, ਮਾਲਿਕ ਦੇ ਦਰ ਤੋਂ ਆਵਾਗਮਨ ਬਣ ਜੂਗਾ ਸਾਡਾ। ਇਹ ਬਾਣੀ ਬਹੁਤ ਮਹਾਂਪੁਰਖਾਂ ਦੀ ਹੈ, ਉੱਚਾਂ ਦੀ ਹੈ, ਗੁਰੂ ਸਾਹਿਬਾਨ ਭਗਤ ਸਾਹਿਬਾਨ ਜੀ ਦੀ ਬਾਣੀ ਹੈ। ਇਹਨੂੰ ਆਪਾਂ ਜੇ ਕੋਈ ਮਨ ਬੱਚਾ ਇਹਨੂੰ ਬੁੱਝਦਾ ਹੈ ਤੇ ਉਹ ਵਿਰਲਾ ਹੈ। ਗੁਰਬਾਣੀ ਗੁਰੂ ਕਹਿ ਰਹੀ ਹੈ ਬਾਣੀ ਬਿਰਲਾ ਉਹ ਵਿਚਾਰ ਸੀ, ਕਹਿੰਦੇ ਉਹ ਬਿਰਲਾ ਹੈ ਜਿਹੜਾ ਬਾਣੀ ਨੂੰ ਵਿਚਾਰਦਾ ਹੋ। ਲੇਕਿਨ ਜਿਹੜਾ ਕੇਵਲ ਤ੍ਰੈ ਗੁਣਾ ਦੇ ਵਿੱਚ ਬੈਠ ਕੇ ਤੀਰ ਤੁੱਕੇ ਲਾਂਦਾ ਹੋ, ਕੇਵਲ ਗੁਰਬਾਣੀ ਗੁਰੂ ਨੂੰ ਕੰਠ ਕਰਦਾ ਹੋ, ਕੇਵਲ ਤ੍ਰੈ ਗੁਣਾ ਦੇ ਗਿਆਨ ਦੇ ਰਾਹੀਂ ਮਾਲਿਕ ਨੂੰ ਪਾਣ ਦੀ ਕੋਸ਼ਿਸ਼ ਕਰੇ, ਆਪ ਦੇ ਮਨ ਨੂੰ ਤਜੇ ਨਾ, ਤੇ ਫਿਰ ਉਹਦੀ ਸਮਝ ਤੋਂ ਆਮ ਜਿਹੜਾ ਜੀਵ ਹੈ ਉਹਦੀ ਸਮਝ ਤੋਂ ਆ ਖੇਡ ਪਰੇ ਹੈ। ਮਹਾਰਾਜ ਨੇ ਵੇਦ ਦਿਆ, ਕਹਿੰਦੇ ਪਾਠ ਪੜ੍ਹੇ ਵਿਆਕਰਣ ਬਖਾਣੇ, ਸੰਧਿਆ ਕਰਮ ਤਿਹ ਕਾਲ ਕਰੇ, ਬਿਨ ਗੁਰ ਸ਼ਬਦ ਮੁਕਤ ਕਹ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੈ। ਕਹਿੰਦੇ ਜੇ ਰਾਮ ਦੇ ਨਾਮ ਨੂੰ, ਮਾਲਿਕ ਦੇ ਨਾਮ ਨੂੰ ਨਹੀਂ ਬੁੱਝਦਾ, ਉਸ ਸ਼ਬਦ ਗੁਰੂ ਨੂੰ, ਉਸ ਹੁਕਮ ਨੂੰ ਨਹੀਂ ਬੁੱਝਦਾ, ਨਾਮ ਦੀ ਪਹਿਚਾਨ ਨਹੀਂ ਕਰਦਾ, ਦੇਹੀ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਤੇ ਉਰਜ ਕੇ ਇਹ ਤਰਲੋਕੀ ਦੇ ਵਿੱਚੋਂ, ਇਹ ਕਾਲ ਦੇ ਇਲਾਕੇ ਦੇ ਵਿੱਚੋਂ, ਭਵ ਸਾਗਰ ਦੇ ਵਿੱਚੋਂ ਹੀ ਡਿੱਗ ਜਾਊਗਾ। ਤੇ ਜੇ ਨਾਮ ਦਾ ਇਹਨੂੰ ਭੇਦ ਨਹੀਂ ਆਇਆ, ਤੇ ਮਹਾਰਾਜ ਨੇ ਭੇਜ ਦਿਆ ਗੁਰਬਾਣੀ ਗੁਰੂ ਦੇ ਵਿੱਚੋਂ, ਕਹਿੰਦੇ ਜਿਨ ਹਰ 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 ਰਸ ਨਾਮ ਨਾ ਪਾਇਓ, ਤੇ ਭਾਗਹੀਣ ਜਮ ਪਾਸ। ਕਹਿੰਦੇ ਜਿਨ ਜੀਵ ਨੂੰ, ਜਿਸ ਮਨ ਬੱਚੇ ਨੂੰ ਨਾਮ ਦਾ ਭੇਦ ਨਹੀਂ ਆਇਆ, ਉਹ ਜਮਾਂ ਦੇ ਕੋਲ ਜਾਊਗਾ, ਉਹਨੂੰ ਕੁੱਟ ਪਊਗੀ, ਤੇ ਅੱਗੇ ਲੇਖਾ ਜੋਖਾ ਉਹਦਾ ਦੇਖਦਿਆਂ ਹੋਇਆਂ ਧਰਮ ਰਾਏ ਦੇ ਪਾਸ, ਫਿਰ ਉਹਨੂੰ ਜੂਨਾਂ ਦੇ ਵਿੱਚ ਭੇਜਿਆ ਜਾਊਗਾ। ਇਸ ਕਰਕੇ ਗੁਰਮੁਖ ਪਿਆਰਿਓ, ਇਹ ਜਦ ਤੱਕ ਮਨ ਬੱਚਾ ਅੰਤਰਮੁਖੀ ਨਹੀਂ ਹੁੰਦਾ, ਸਹਿਜ ਸੁਭਾਈ ਇਹ ਖੇਡ ਨੂੰ ਨਹੀਂ ਸਮਝਦਾ, ਗੁਰਬਾਣੀ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਮਹਾਰਾਜ ਦੇ ਬਚਨਾਂ ਤੋਂ ਪਹਿਰਾ ਨਹੀਂ ਦਿੰਦਾ, ਤਬ ਤੱਕ ਗੁਰਮੁਖ ਪਿਆਰਿਓ ਇਹਨੂੰ ਅੰਦਰ ਦਸਮ ਦੁਆਰ ਦਾ, ਇਹ ਹਟਾਵਾਂ ਦਾ, ਅੰਦਰ ਦੇ ਕਾਰਡ ਦੀ ਖੇਡ ਦਾ, ਇਹਨੂੰ ਲੋਕ ਤੇ ਪਰਲੋਕ ਦੀ ਸੋਝੀ ਇਹਨੂੰ ਆਂਦੀ ਨਹੀਂ। ਤੇ ਅੰਦਰ ਦੀ ਸੋਝੀ ਤਾਂ ਹੀ ਆਊਗੀ ਜਦੋਂ ਆ ਅੰਤਰਮੁਖੀ ਹੋਊਗਾ, ਸਹਿਜ ਦੇ ਵਿੱਚੋਂ ਆਊਗਾ, ਤੇ ਆਪ ਦੇ ਨਿਜ ਸਰੂਪ ਨੂੰ ਪਹਿਚਾਨੂਗਾ ਕਿ ਮੈਂ ਕੌਣ ਹਾਂ, ਮੈਂ ਕਿੱਥੇ ਦਾ ਰਹਿਣ ਵਾਲਾ ਹਾਂ, ਮੈਂ ਸੰਸਾਰ ਦੇ ਵਿੱਚੋਂ, ਇਹ ਦੇਹੀ ਦੇ ਵਿੱਚੋਂ ਕਰਨ ਕੀ ਆਇਆ ਹਾਂ, ਤੇ ਮੈਂ ਕਿਹੜੇ ਏਰੀਏ ਦੇ ਵਿੱਚ ਖੇਡ ਰਿਹਾ ਹਾਂ, ਤੇ ਮੈਂ ਦੇਹੀ ਨੂੰ ਛੱਡ ਕੇ ਜਾਂਦਾ ਕਿੱਥੇ ਹਾਂ। ਇਹ ਖੋਜ ਜਿਹੜੀ ਆਪਾਂ ਖੋਜ ਰਹੇ ਹਾਂ, ਇਹ ਬ੍ਰਹਮ ਦੀ ਖੋਜ, ਜਿਹਨੂੰ ਗੁਰਬਾਣੀ ਗੁਰੂ ਦੇ ਵਿੱਚ ਮਹਾਰਾਜ ਨੇ ਕਿਹਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਏ। ਕਹਿੰਦੇ ਉਹ ਜਿਹੜਾ ਬ੍ਰਹਮ ਨੂੰ ਖੋਜੂਗਾ ਉਹੀ ਬ੍ਰਾਹਮਣ ਹੋਊਗਾ। ਆਪਾਂ ਸੋਚਦੇ ਕਈ ਵਾਰ ਕਿ ਬ੍ਰਾਹਮਣ ਇੱਕ ਕਾਸਟ ਹੈ, ਲੇਕਿਨ ਗੁਰਬਾਣੀ ਗੁਰੂ ਭੇਜ ਦੇ ਰਹੀ ਆ ਕਿ ਜਿਹੜਾ ਬ੍ਰਹਮ ਨੂੰ, ਜਿਹੜਾ ਉਸ ਮਾਲਿਕ ਨੂੰ, ਅਕਾਲ ਪੁਰਖ ਪ੍ਰਮਾਤਮਾ ਨੂੰ ਖੋਜੇ, ਉਹ ਬ੍ਰਾਹਮਣ ਹੈ।
ਤੇ ਇਹ ਮਨ ਦੀ ਕਹਾਣੀ ਆ ਗੁਰਮੁਖ ਪਿਆਰਿਓ, ਜਿਹੜੀ ਮਨ ਬੱਚੇ ਨੂੰ ਮਹਾਰਾਜ ਸਮਝਾ ਰਹੇ ਗੁਰਬਾਣੀ ਗੁਰੂ ਦੇ ਵਿੱਚੋਂ। ਤੇ ਸਾਨੂੰ ਲੋੜ ਹੈ ਅੰਤਰਮੁਖੀ ਹੋਣੇ ਦੀ, ਪ੍ਰੈਕਟੀਕਲ ਕਰਨ ਦੀ। ਜਿਹੜੇ ਵੀ ਆਪਣੇ ਭੈਣ ਭਰਾ, ਸਾਰਾ ਸੰਸਾਰ ਜਿਹੜਾ ਮਾਨੁਖ ਦੇਹੀ ਦੇ ਵਿੱਚੋਂ ਵਿਚਰ ਰਿਹਾ ਹੈ, ਉਸ ਤੋਂ ਅੱਗੇ ਵੀ ਜਿਹੜੇ ਆਮ ਭਾਵੇਂ ਉਹ ਕਿਹੜੀ ਵੀ ਜੂਨ ਦੇ ਵਿੱਚੋਂ ਹੋਵੇ, ਉਹ ਮਾਲਿਕ ਦੇ ਵਿੱਚੋਂ ਤੇ ਹੀ ਆਈਆਂ ਹੋਈਆਂ ਜੋਤਾਂ ਹੈ। ਆਪਾਂ ਨੇ ਸਾਰਿਆਂ ਤੋਂ ਤਰਸ ਰੱਖਣਾ, ਸਾਰਿਆਂ ਨੂੰ ਸਤਿਕਾਰ ਦੇਣਾ, ਪ੍ਰੇਮ ਦੇਣਾ, ਸਾਰਿਆਂ ਤੋਂ ਦਇਆ ਵਾਲੀ ਦ੍ਰਿਸ਼ਟੀ ਰੱਖਣੀ ਕਿ ਉਹ ਸਦੋ ਗੁਣੀ ਹਟ ਤੇ ਵਿਚਰੂਗਾ ਸੰਤ ਜਿਹੜਾ ਮਾਲਿਕ ਨੂੰ ਮਿਲਾਪ ਕਰਨਾ ਚਾਹੁੰਦਾ ਹੈ। ਮਹਾਰਾਜ ਨੇ ਭੇਜ ਦਿਆ ਕਿ ਕਾਮ, ਕ੍ਰੋਧ, ਲੋਭ, ਮੋਹ, ਧ੍ਰੋਹ ਜਿਹੜੇ ਵਿਕਾਰ ਹੈ, ਇਹਨਾਂ ਦੇ ਵਿੱਚੋਂ ਤਾਂ ਬਹੁਤ ਜਨਮ ਆ ਮਨ ਬੱਚਾ ਪਿੱਛੇ ਗੁਜ਼ਾਰ ਕੇ ਆ ਗਿਆ, ਲੇਕਿਨ ਹੁਣ ਏਦਾਂ ਨਹੀਂ ਵਿਚਰਨਾ। ਹੁਣ ਸਾਰਿਆਂ ਨੂੰ ਪ੍ਰੇਮ, ਸਤਿਕਾਰ, ਸਾਰਿਆਂ ਦੇ ਵਿੱਚ ਮਾਲਿਕ ਦੀ ਜੋਤ ਨੂੰ, ਮਾਲਿਕ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਆ। ਕਿਸੇ ਦਾ ਆਪਣੇ ਪਾਸੋਂ ਇਹੋ ਜਿਹਾ ਕੋਈ ਫੁਰਨਾ ਵਿਚਾਰ, ਇਹੋ ਜਿਹਾ ਕਿਰਿਆ ਕਲਾਪ ਸਾਡੇ ਰਾਹੀਂ ਨਾ ਹੋ ਜਿਹਦੇ ਰਾਹੀਂ ਕਿਸੇ ਦਾ ਅਗਲੇ ਦਾ ਮਾੜਾ ਹੋ, ਕਿਸੇ ਨੂੰ ਦੁੱਖ ਹੋ, ਕਿਸੇ ਦਾ ਨਿਰਾਦਰ ਹੋ। ਇਹ ਸਾਰਿਆਂ ਤੋਂ ਉੱਪਰ ਹੋ ਕੇ ਚੱਲਣਾ ਹੈ। ਕੋਸ਼ਿਸ਼ ਕਰਨੀ ਆ ਕਿ ਜਿਹੜੀ ਕਾਲ ਦੀ ਚਾਲ ਹੁੰਦੀ ਆ, ਭੈੜੀ ਸ਼ਰਾਰਤ ਹੁੰਦੀ ਆ, ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਕਾਮ, ਇਹ ਪੰਜ ਜਿਹੜੇ ਮਹਾਬਲੀ ਹੈ, ਜਿਹੜੇ ਦਸਮ ਦੁਆਰ ਤੋਂ ਸੁਰਤ ਨੂੰ ਨਹੀਂ ਜਾਣ ਦਿੰਦੇ, ਜਿਹੜੇ ਸੁਰਤ ਨੂੰ ਅੰਮ੍ਰਿਤ ਰਸ ਨਹੀਂ ਪੀਣ ਦਿੰਦੇ। ਇਹਨਾਂ ਤੋਂ ਬੜੀ ਸਤਰਕਤਾ ਦੇ ਸਾਥ, ਬੜੇ ਹੀ ਗੁਰਮਤ ਦੇ ਗਿਆਨ ਨੂੰ ਲੈਂਦੇ ਹੋਇਆਂ, ਬੜੇ ਹੀ ਸੱਜੇ ਢੰਗ ਨਾਲ ਜੀਵਨ ਦੀ ਜਾਂਚ ਨੂੰ ਸਿੱਖਣਾ ਹੈ। ਆਪਾਂ ਨੇ ਖਿਆਲ ਰੱਖਣਾ ਹੈ ਪਰਿਵਾਰਾਂ ਦੇ ਵਿੱਚ ਵਿਚਰਦਿਆਂ ਹੋਇਆਂ, ਸੋਸਾਇਟੀ ਦੇ ਵਿੱਚ, ਸਮਾਜ ਦੇ ਵਿੱਚ, ਜਿਹੜਾ ਵੀ ਆਪਣੇ ਏਰੀਆ ਦੇ ਵਿੱਚ ਆਪਾਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਜਿਨ ਵੀ ਕੰਮ ਕਾਜਾਂ ਤੋਂ ਜੁੜੇ ਹੋਏ ਆ, ਆਪਾਂ ਗੁਰਬਾਣੀ ਗੁਰੂ ਤੇ ਪਹਿਰਾ ਦਿੰਦੇ ਹੋਇਆਂ ਬੜੇ ਹੀ ਸੱਚੇ ਤੇ ਬੜੇ ਹੀ ਅੱਛੇ ਢੰਗ ਦੇ ਨਾਲ ਵਿਚਰਨਾ ਹੈ। ਸਾਰਿਆਂ ਦਾ ਭਲਾ ਮੰਗਣਾ, ਸਰਬੱਤ ਦਾ ਭਲਾ ਮੰਗਣਾ ਮਾਲਿਕ ਤੋਂ, ਤੇ ਪ੍ਰੇਮ ਤੇ ਸਤਿਕਾਰ ਦੇਣਾ ਸਾਰਿਆਂ ਨੂੰ। ਜੇ ਕੋਈ ਖੇਡ ਨਹੀਂ ਸਮਝਦਾ ਤੇ ਅਪਮਾਨ ਉਹਦਾ ਵੀ ਨਹੀਂ ਕਰਨਾ। ਕਿਉਂ? ਕਿਉਂਕਿ ਉਹ ਕਾਲ ਨੇ ਉਹਨੂੰ, ਜੀਵ ਨੂੰ ਬੰਦੀ ਖਾਨੇ 'ਚ ਕੈਦ ਕਰ ਰੱਖਾ ਹੈ, ਉਹ ਵੀ ਆਪਣਾ ਭੈਣ ਭਰਾ ਹੈ। ਠੀਕ ਹੈ ਜੀ। ਤੇ ਸਹਿਜ ਸੁਭਾਈ ਜਿੱਦਾਂ ਜਿੱਦਾਂ ਮਹਾਰਾਜ ਦੀ ਕਿਰਪਾ ਹੋਊਗੀ, ਅਕਾਲ ਪੁਰਖ ਪਰਮਾਤਮਾ ਜੀ ਦੀ ਕਿਰਪਾ ਹੋਊਗੀ, ਸੰਸਾਰ ਦੇ ਵਿੱਚੋਂ ਨਾਮ ਦੀ, ਵਾਹਿਗੁਰੂ ਗੁਰਮੰਤਰ ਦੀ ਲਹਿਰ ਦੌੜ ਜਾਊਗੀ। ਆਪਾਂ ਸਹਿਜ ਸੁਭਾਈ ਚਲਦੇ ਜਾਓ ਤੇ ਭਲਾ ਮੰਗੋ ਸੰਸਾਰ ਦਾ ਸਾਰੇ ਦਾ। ਠੀਕ ਹੈ ਜੀ। ਸਰਬਤ ਦਾ ਭਲਾ ਮੰਗਣਾ ਆਪਾਂ ਸਾਰੇ ਪਰਿਵਾਰ ਨੇ। ਮਾਲਿਕ ਇਹ ਸੰਸਾਰ ਦੇ ਵਿੱਚੋਂ ਜਿਹੜੇ ਮਨ ਬੱਚੇ, ਜਿਹੜੇ ਭੈਣ ਭਰਾ ਕਾਲ ਨੇ ਦੁਖੀ ਕਰ ਰੱਖੇ ਹੈ, ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਸੁਖੀ ਕਰ ਦੋ। ਇਹ ਸੰਸਾਰ ਦੇ ਵਿੱਚੋਂ ਤਾਂ ਹੀ ਸੁਖ ਹੋ ਸਕਦਾ ਹੈ ਵਾਹਿਗੁਰੂ, ਜਿੱਦਾਂ ਇਹ ਕਾਲ ਦੀ ਪਾਵਰ ਘਟੂਗੀ, ਤੇ ਕਾਲ ਦੀ ਪਾਵਰ ਘਟੂਗੀ ਗੁਰਮੰਤਰ ਦੇ ਰਾਹੀਂ। ਇਹ ਆਪਣੀ ਇੱਕ ਕਮਾਈ ਹੈ। ਜੇ ਆਪਾਂ ਕਿਸੇ ਦਾ ਭਲਾ ਕਰਨਾ ਚਾਹੁੰਦੇ ਹਾਂ, ਜੇ ਆਪਣਾ ਵੀ ਚਾਹੁੰਦੇ ਹਾਂ ਤੇ ਅਗਲੇ ਦਾ ਵੀ ਕਰਨਾ ਚਾਹੁੰਦੇ ਹਾਂ, ਤੇ ਸਾਨੂੰ ਲੋੜ ਹੈ ਗੁਰਮੰਤਰ ਦ੍ਰਿੜ ਕਰਨ ਦੀ। ਕਿਉਂ? ਗੁਰਮੰਤਰ ਜਿੱਦਾਂ ਜਿੱਦਾਂ ਦ੍ਰਿੜ ਹੋਊਗਾ, ਇਹ ਸੁਣਨ ਦੇ ਵਿੱਚੋਂ ਜਿਹੜਾ ਸੰਤੁਲਨ ਬਹੁਤ ਜ਼ਿਆਦਾ ਘਟ ਵੱਧ ਕੇ ਚੱਲ ਰਿਹਾ ਹੈ, ਉਹ ਸਮ ਹੋਣਾ ਸ਼ੁਰੂ ਹੋ ਜਾਊਗਾ। ਸੰਸਾਰ ਦੇ ਵਿੱਚੋਂ ਜੀਵ ਸੁਖੀ ਹੋ ਜਾਏਗੇ। ਇਹ ਜੇ ਆਪਾਂ ਗੁਰਮੰਤਰ ਜਿਹੜਾ ਦ੍ਰਿੜ ਕਰਦੇ ਹਾਂ, ਜਿਹੜੀ ਭਗਤੀ ਆਮ ਜੀਵ ਕਰਦਾ ਹੈ, ਇਹਦੇ ਰਾਹੀਂ ਕੇਵਲ ਇਹਦਾ ਭਲਾ ਨਹੀਂ ਹੁੰਦਾ। ਮਹਾਰਾਜ ਨੇ ਭੇਜ ਦਿਆ ਕਿ ਇਹਦੇ ਰਾਹੀਂ ਪਤਾ ਨਹੀਂ ਕਿੰਨੇ ਕੁ ਸੁਖਮ ਇਹੋ ਜਿਹੇ ਹੈ, ਜਿਹੜੇ ਬਿਨਾਂ ਭਗਤੀ ਕਰੇ ਦੇਹੀ ਨੂੰ ਛੱਡ ਗਏ ਤੇ ਹੁਣ ਸੁੰਨ ਦੇ ਵਿੱਚੋਂ, ਪ੍ਰੇਤ ਦੀ ਜੂਨ ਦੇ ਵਿੱਚੋਂ, ਸੁਖਮ ਆਕਾਰਾਂ ਦੇ ਵਿੱਚੋਂ ਤੁਰੇ ਫਿਰ ਰਹੇ, ਤੇ ਉਹਨਾਂ ਦਾ ਵੀ ਭਲਾ ਹੁੰਦਾ ਹੈ, ਉਹਨਾਂ ਨੂੰ ਵੀ ਸੁੱਖ ਮਿਲਦਾ ਹੈ। ਤੇ ਇਸ ਕਰਕੇ ਆਪਾਂ ਨੇ ਕੋਸ਼ਿਸ਼ ਕਰਨੀ ਆ ਆਪਣਾ ਵੀ ਭਲਾ ਕਰਨਾ, ਤੇ ਪਹਿਲੇ ਸਰਬੱਤ ਦਾ ਭਲਾ ਮੰਗਣਾ। ਸਰਬੱਤ ਦੇ ਵਿੱਚੋਂ ਆਪਾਂ ਸਾਰੇ ਹੀ ਆ ਜਾਂਦੇ ਹਾਂ। ਠੀਕ ਹੈ ਜੀ। ਤੇ ਇੰਨੀ ਇੱਕ ਬੇਨਤੀ ਪ੍ਰਵਾਨ ਕਰਨੀ ਆ ਗੁਰਮੁਖ ਪਿਆਰਿਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਨੂੰ ਮੁੱਖ ਰੱਖਦੇ ਹੋਇਆਂ ਵਿਚਾਰ ਕੀਤੀ ਆ। ਜੇ ਵਿਚਾਰ ਕਰਦਿਆਂ ਹੋਇਆਂ ਕੋਈ ਸ਼ਬਦ ਸਾਤੋਂ ਗੁਰਬਾਣੀ ਗੁਰੂ ਦਾ ਅੱਗੇ ਪਿੱਛੇ ਬੋਲਾ ਗਿਆ ਹੋ, ਆਪ ਤੇ ਗੁਰੂ ਸਾਹਿਬ ਜੀ ਗੁਰਮੁਖ ਪਿਆਰਿਓ ਬਖਸ਼ਣ ਯੋਗ ਹੋ ਜੀ, ਬਖਸ਼ ਦੇਣਾ। ਸਾਰਾ ਹੀ ਪਰਿਵਾਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।